4-5 दिन इन्होंने ही लारे चलाई रखा। 5वें दिन मैं आप ही अपना पासपोर्ट उन्होंने शो करता भी मैं मेरे तो रिफ्यूज़ल आई हुई है। उस तो बाद ये मेरे खिलाफ पुट्ठे हो गए, कहते भी तू तेन किने कहा से उत्थे जाके पासपोर्ट लेके आनू ये साडी ड्यूटी बनती है फलाना यहीं करी गई। थाने मैं 15 मई नूं गया सीगा, उत्थे मेरी कोई वो नहीं हुई। 17 मई नूं मैं उत्थे रपट लिखवाई है जी, मेरी वो भी नहीं कट्टी गई। मान लो SHO साहब के सामने जो भी गल हुई है उत्थों वैसे भी उन्होंने मैनू 50,000 रुपये अकाउंट च पवाता जी। फिर उन्होंने टाइम लेता सीगा भी 11 तरीक तक का, भी 11 तरीक नूं भी तुहाडी सारी जो भी पेमेंट रहूगी वो तुहाडी सारी वो कर दें, रिटर्न कर देंगे। तो वो तो पहले ही जिहड़ा बदनाम हो तो कित्थे मुड़दे। हाँ जी, इन्होंने मेरे खिलाफ जी 2 बार हाई कोर्ट से लीगल नोटिस भी भेजा हुआ जी। ਉਹਦੇ ਵਿੱਚ ਪਹਿਲੇ 'ਚ ਤਾਂ ਇਹ ਲਿਖਾਇਆ ਵੀ ਇਹ ਅਨਨੋਨ ਪਰਸਨ ਲੈ ਕੇ ਆਂਦਾ ਹੈਗਾ, ਇਹ ਸਾਨੂੰ ਆ ਕੇ ਉਰੇ ਧਮਕੀਆਂ ਦਿੰਦਾ ਹੈਗਾ, ਇਹ ਸਾਡੇ ਥੱਲੇ ਆਪਣੇ ਸੈਂਟਰ ਦੇ ਬਾਹਰ ਆ ਕੇ ਉੱਚੀ ਉੱਚੀ ਰੋਲੇ ਪਾਉਂਦਾ ਹੈਗਾ। ਨਾ ਤਾਂ ਇਹਦਾ ਕਿਸੇ ਦਾ ਕੰਟੈਕਟ ਨੰਬਰ ਹੈਗਾ, ਨਾ ਕੋਈ ਫੋਟੋ ਹੈਗੀ ਜੀ। ਮੈਨੂੰ ਖੁਦ ਨੂੰ 1 ਸਾਲ 8 ਮਹੀਨੇ ਹੋ ਗਏ, ਮੈਂ ਅੱਜ ਤੱਕ ਕਦੇ ਗੁਰਪ੍ਰੀਤ ਸਿੰਘ ਧੰਜਲ ਨਹੀਂ ਦੇਖਿਆ ਜੀ ਇਹਨਾਂ ਨੂੰ ਅੰਦਰ। ਨਾ ਕਿਸੇ ਨਾਲ ਗੱਲ ਹੁੰਦੀ ਓਨਰ ਨਾਲ ਜੀ, ਨਾ ਕੁਛ। ਬਸ ਇਹਨਾਂ ਸਟਾਫ ਹੈ ਜੀ, ਇਹਨਾਂ ਹਰੇਕ ਸਟਾਫ ਦਾ ਨਾਮ ਅਸਲੀ ਕੁਛ ਹੈ ਜੀ ਅਤੇ ਆਪਣਾ ਸੈਂਟਰ 'ਚ ਨਾਮ ਕੁਛ ਹੈ ਜੀ। ਸਾਰਾ ਦਿਨ ਨਕਲੀ ਆਪਣੇ ਆਧਾਰ ਕਾਰਡ ਬਣੇ ਹੋਏ ਨੇ ਜੀ, ਸਭ ਦਾ ਕੋਈ ਬਾਇਓਡਾਟਾ ਕੁਛ ਵੀ ਨਹੀਂ ਹੈਗਾ ਜੀ। ਤੇ ਮੈਂ ਕਿਹਾ ਮੈਮ ਵੀ ਮੇਰੀ ਸੈਲਰੀ ਨਹੀਂ ਆਈ ਹੈਗੀ, ਤੇ ਮੈਮ ਨੇ ਤਾਂ ਮੇਰੇ ਮੈਸੇਜ ਹੀ ਸੀਨ ਨਹੀਂ ਕੀਤੇ ਤੇ ਨਾ ਹੀ ਮੇਰਾ ਫੋਨ ਚੁੱਕਿਆ ਗਿਆ। ਮੈਂ ਦੁਬਾਰਾ ਫੇਰ ਇਹਨੂੰ ਕਿਹਾ, ਮੈਂ ਕਿ ਹਰਮਨ ਮੇਰੀ ਅਕਾਊਂਟ ਦੇ ਵਿੱਚ ਸੈਲਰੀ ਨਹੀਂ ਆਈ। ਕਹਿੰਦਾ ਕੋਈ ਗੱਲ ਨਹੀਂ, ਜੋ ਕੁਝ ਕਰਨਾ ਕਹਿੰਦਾ ਤੇਰੇ ਤੋਂ ਹੁੰਦਾ ਤੂੰ ਕਰ ਲੈ। ਹਜੇ ਤਾਂ ਟਾਲ ਮਟੋਲੇ ਲਾ ਰਹੇ ਨੇ, ਟਾਲ ਮਟੋਲੇ ਨਾਲ ਵੈਸੇ ਚੱਲਣਾ ਨਹੀਂ ਹੈਗਾ ਕੰਮ। ਪੈਸੇ ਤਾਂ ਇਹਨਾਂ ਨੂੰ ਦੇਣੇ ਹੀ ਪੈਣੇ ਨੇ। ਪਹਿਲਾਂ ਤਾਂ ਅਸੀਂ ਪ੍ਰਸ਼ਾਸਨ ਤੇ ਛੱਡਿਆ, ਜੇ ਪ੍ਰਸ਼ਾਸਨ ਨਹੀਂ ਕਰਦਾ ਫਿਰ ਅਸੀਂ ਆਪਣੀ ਕਾਰਵਾਈ ਕਰਾਂਗੇ। ਪੈਸੇ ਆ ਦੇਖੋ ਹੱਕ ਦੀ ਕਮਾਈ ਆ, ਕਿਸੇ ਦੀ ਉਹ ਤਾਂ ਹੈ ਨਹੀਂ। ਜੇ ਆਪਾਂ ਕਿਸੇ ਦੀ ਜਦੋਂ ਹੈਲਪ ਕਰਦੇ ਆ, ਕਈ ਵਾਰ ਯਾਰ ਦੋਸਤ ਕੋਈ ਹੈਲਪ ਮੰਗ ਲਵੇ, ਆਪਾਂ ਉਹ ਤੋਂ ਤਾਂ ਮੁੱਕਰ ਜਾਂਦੇ ਆ। ਪਰ ਜਦੋਂ ਕੋਈ ਏਜੰਟ ਗੱਲਾਂ 'ਚ ਪਾ ਕੇ ਤੁਹਾਨੂੰ ਝਾਂਸਾ ਦੇ ਕੇ 5, 7, 10 ਲੱਖ, ਦੇਖੋ ਕਿਸੇ ਦੀ ਹੈਸੀਅਤ 5 ਲੱਖ ਦੀ ਵੀ ਨਹੀਂ ਹੁੰਦੀ। ਪਰ ਮੇਰੇ ਕਹਿਣ ਦਾ ਮਤਲਬ ਆ ਵੀ ਜੇ ਕਿਸੇ ਨੂੰ ਦੇਣੇ ਆ, ਇਕੱਲੀਆਂ ਮਸ਼ਹੂਰੀਆਂ ਦੇਖ ਕੇ ਆਪਾਂ ਇੰਪ੍ਰੈਸ ਹੋ ਕੇ ਪੈਸੇ ਨਾ ਫਸਾਓ। ਪੰਜਾਬੀ ਲੋਕ ਚੈਨਲ ਦੇ ਨਾਲ ਤੁਸੀਂ ਜੁੜੇ ਹੋਏ ਹੋ, ਮੈਂ ਤੁਹਾਡੇ ਨਾਲ ਜਗਸੀਰ ਸਿੰਘ। ਕਹਿੰਦੇ ਨੇ ਪੰਜਾਬ ਦੇ ਵਿੱਚ ਠੱਗ ਏਜੰਟਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਲੁੱਟ ਕੇ ਖਾ ਰਹੀ ਹੈ, ਪੰਜਾਬ ਦੇ ਲੋਕਾਂ ਨੂੰ ਲੁੱਟ ਕੇ ਖਾ ਰਹੀ ਹੈ। ਸਵਾਲ ਖੜੇ ਹੋ ਜਾਂਦੇ ਨੇ, ਕਈ ਏਜੰਟਾਂ ਦੇ ਅਜਿਹੇ ਕੇਸ ਆਉਂਦੇ ਨੇ ਕਿ ਆਏ ਦਿਨ ਹੀ ਉਹ ਪੈਸੇ ਲੁੱਟੀ ਜਾ ਰਹੇ ਨੇ ਲੱਖਾਂ ਰੁਪਏ। ਪਰ ਜਦੋਂ ਪੁਲਿਸ ਕੋਲ ਮਾਮਲਾ ਜਾਂਦਾ ਹੈ, ਪੁਲਿਸ ਕਹਿੰਦੇ ਇਨਸਾਫ ਨਹੀਂ ਦਿੰਦੀ ਨਜ਼ਰ ਆਉਂਦੀ। ਪੁਲਿਸ ਉਹਨਾਂ ਦੀ ਗੱਲ ਕਰਨ ਲੱਗ ਜਾਂਦੀ ਹੈ, ਉਹਨਾਂ ਦੀ ਬੋਲੀ ਬੋਲਣ ਲੱਗ ਜਾਂਦੀ ਹੈ, ਅਜਿਹੇ ਇਲਜ਼ਾਮ ਲੱਗਣ ਲੱਗ ਜਾਂਦੇ ਨੇ। ਕਾਨੂੰਨਨ ਤੌਰ ਤੇ ਵੀ ਕਹਿੰਦੇ ਇਨਸਾਫ ਨਹੀਂ ਮਿਲਦਾ। ਅਜਿਹੀ ਕੇਸ ਜਿਹੜਾ ਮੋਰਚੇ ਦੇ ਵਿੱਚ ਨਿਹੰਗ ਸਿੰਘਾਂ ਕੋਲ ਪਹੁੰਚਿਆ, ਗਏ ਵੀ ਸੀਗੇ ਗੱਲਬਾਤ ਕਰਨ ਲਈ ਉਸ ਏਜੰਟ ਦੇ ਕੋਲ ਜੋ ਮਾਲਕ ਨੇ ਮੋਹਾਲੀ ਦਾ ਹੀ ਹੈ, ਤਾਂ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ। ਤਾਂ ਬਾਬਾ ਜੀ ਹੋਰਾਂ ਨੇ ਗੱਲਬਾਤ ਕੀਤੀ, ਕੁਝ ਕੁ ਪੈਸੇ ਜਿਹੜੇ ਨੇ ਉਹ ਦੇ ਦਿੱਤੇ ਗਏ। ਪਹਿਲਾਂ 40,000 ਦੇ ਦਿੱਤਾ, ਫਿਰ 50,000 ਦੇ ਦਿੱਤਾ, ਬਾਕੀ ਹਜੇ ਪੈਸੇ ਫਸੇ ਹੋਏ ਨੇ। ਇੱਕ ਕੁੜੀ ਹੈ, ਉਹ ਜੌਬ ਕਰਦੇ ਨੇ, ਤਾਂ ਵੀ ਤੁਸੀਂ ਦੇਖ ਸਕਦੇ ਹੋ ਇਹ ਉੱਥੇ ਜੌਬ ਕਰਦੇ ਰਹੇ ਉਸੇ ਦਫ਼ਤਰ ਦੇ ਵਿੱਚ ਇਮੀਗ੍ਰੇਸ਼ਨ ਦੇ। ਪਰ ਇਹਨਾਂ ਨੂੰ ਜਿਹੜੀ ਇਹਨਾਂ ਦੀ ਤਨਖਾਹ ਹੀ ਨਹੀਂ ਦਿੱਤੀ, ਕਹਿੰਦੇ ਕਰ ਲਓ ਜੋ ਕਰਨਾ, ਜੋ ਮਰਜ਼ੀ ਹੋ ਜਾਏ। ਤਾਂ ਬਈ ਹੈ ਸਾਡੇ ਨਾਲ। ਬਈ ਕੀ ਨਾਮ ਹੈ ਤੁਹਾਡਾ? ਮੇਰਾ ਗੁਰਬਚਨ ਸਿੰਘ ਜੀ। ਗੁਰਬਚਨ ਬਈ ਕੀ ਹੋਇਆ ਸੀਗਾ, ਮਾਮਲਾ ਕੀ ਹੈ? ਇਹ ਕਿੰਨੇ ਟਾਈਮ ਤੋਂ ਤੁਹਾਡੇ ਜਿਹੜੇ ਪੈਸੇ ਉੱਧਰ ਫਸੇ ਹੋਏ ਨੇ, ਦਿੱਤੇ ਕਿਵੇਂ ਸੀਗੇ ਤੇ ਜਾਣਾ ਕਿੱਥੇ ਸੀਗਾ ਤੁਸੀਂ? ਮੈਂ ਇਹਨਾਂ ਕੋਲ ਸਟੱਡੀ ਵੀਜ਼ਾ ਅਪਲਾਈ ਕੀਤਾ ਸੀਗਾ UK ਲਈ। ਮੈਂ ਇਹਨਾਂ ਕੋਲ 8 ਜਨਵਰੀ 2022 ਨੂੰ ਪਹਿਲੀ ਵਾਰ ਵਿਜ਼ਿਟ ਕੀਤਾ ਸੀਗਾ। ਇਹਨਾਂ ਨੇ ਮੇਰੇ ਤੋਂ ਆਫਰ ਲੈਟਰ ਦਾ 25,000 ਲਿੱਤਾ ਸੀਗਾ, ਜੋ ਕਿ ਮੇਰੇ ਤੋਂ ਪਹਿਲਾਂ 10,000 ਰੁਪਇਆ ਆਪਣਾ ਔਨਲਾਈਨ ਅਤੇ 15,000 ਰੁਪਇਆ ਕੈਸ਼ ਲਿੱਤਾ ਸੀ। ਮੈਨੂੰ ਫਿਰ ਬਾਅਦ 'ਚ ਕਹਿੰਦੇ ਵੀ ਆਪਣਾ ਵੀ ਆਫਟਰ ਵੀਜ਼ਾ, ਸਾਰੀ ਪਹਿਲਾਂ ਆਫਟਰ ਵੀਜ਼ਾ ਦੀ ਗੱਲ ਹੋਈ ਸੀਗੀ। ਬਾਅਦ 'ਚ ਇਹਨਾਂ ਨੇ ਮੇਰੇ ਤੋਂ ਗੱਲਾਂ 'ਚ ਸਾਰੇ ਪੈਸੇ ਲਈ ਗਏ। ਫਿਰ ਕਹਿੰਦੇ ਤੁਹਾਨੂੰ ਬੈਂਕ ਸਟੇਟਮੈਂਟ ਸ਼ੋਅ ਕਰਨੀ ਪੈਣੀ ਹੈ। ਉਹਦੇ ਲਈ ਮੇਰੇ ਤੋਂ ਇਹਨਾਂ ਨੇ 1,80,500 ਲਿੱਤਾ ਸੀਗਾ ਬੈਂਕ ਸਟੇਟਮੈਂਟ ਦਾ ਜੀ। ਉਸ ਤੋਂ ਬਾਅਦ ਫਿਰ ਆਪਣਾ ਕਹਿੰਦੇ ਜੀ ਇਹ ਤੁਹਾਡੀ ਜੇ ਤਾਂ ਜੀ 100% ਫੀਸ ਆਉਂਦੀ ਹੈ ਕਾਲਜ ਵੱਲੋਂ ਤਾਂ 70-80 ਭਰਨੀ ਹੈ, 30 ਤੁਸੀਂ ਭਰਨੀ ਆ। ਉਸ ਤੋਂ ਬਾਅਦ ਜੀ ਫਿਰ ਕਹਿੰਦੇ 2,05,000 ਤੁਹਾਨੂੰ ਫੀਸ ਭਰਨੀ ਪਊਗੀ ਜੀ। ਉਹ ਵੀ ਮੈਂ ਜੀ 2,05,000 ਫੀਸ ਇਹਨਾਂ ਨੂੰ ਜੀ ਹਾਰਡ ਕੈਸ਼ ਦਿੱਤਾ ਜੀ। ਉਸ ਤੋਂ ਬਾਅਦ ਜੀ ਫਿਰ ਇਹ ਕਹਿੰਦੇ ਐਮਬੈਸੀ ਫੀਸ ਆਪਣੇ ਮੇਰੇ ਤੋਂ ਇਹਨਾਂ ਨੇ 75,000 ਰੁਪਏ ਲਿੱਤਾ ਜੀ। ਇਹਨਾਂ ਨੇ ਨਾ ਜੀ ਮੈਨੂੰ ਕੋਈ ਈਮੇਲ ID ਦਿੱਤੀ ਹੈਗੀ ਜਿਸ 'ਚ ਵੀ ਮੈਂ ਆਪਦਾ ਪ੍ਰੋਸੈਸ ਟਰੈਕ ਕਰ ਸਕਾਂ ਵੀ ਮੇਰਾ ਵੀਜ਼ਾ ਕਿੱਥੇ ਕਿਵੇਂ ਚੱਲ ਰਿਹਾ ਹੈਗਾ। ਅਤੇ ਨਾ ਇਹਨਾਂ ਨੇ ਮੈਨੂੰ ਐਪਲੀਕੇਸ਼ਨ, ਨਾ ਕੋਈ ਫਾਈਲ ਨੰਬਰ, ਕੁਛ ਵੀ ਨਹੀਂ ਦਿੱਤਾ ਹੈਗਾ ਜੀ। ਉਸ ਤੋਂ ਬਾਅਦ ਜੀ ਮੈਂ ਆਪਣਾ ਜਦੋਂ ਮੈਂ ਇਹਨਾਂ ਕੋਲ ਜਾਂਦਾ ਰਿਹਾ, ਮੈਨੂੰ ਕਹਿੰਦੇ ਰਿਹਾ ਤੁਹਾਡਾ ਪ੍ਰੋਸੈਸਿੰਗ 'ਚ ਪ੍ਰੋਸੈਸਿੰਗ, ਮੈਨੂੰ ਸਕਰੀਨਸ਼ੋਟ ਦਿਖਾ ਦੇ ਕਰਦੇ ਸੀਗੇ ਲੈਪਟੋਪ ਦੇ ਵਿੱਚ। ਉਹ ਤੋਂ ਬਾਅਦ ਇਹਨਾਂ ਕੁਛ ਨਹੀਂ ਬਣਿਆ। ਫਿਰ ਜੀ ਮੈਂ ਆਪਣਾ BSF ਆਫਿਸ ਗਿਆ ਆਪਣੇ ਲਾਂਟੇ ਮੋਲ। ਉਹਨਾਂ ਨੇ ਉੱਥੇ ਜਾ ਕੇ ਜਦੋਂ ਮੈਂ ਆਪਣੀ ਰਸੀਦ ਦਿੱਤੀ, ਉਹਨਾਂ ਨੇ ਮੈਨੂੰ ਮੇਰਾ ਪਾਸਪੋਰਟ ਹੈਂਡਓਵਰ ਕਰਤਾ ਬਿਕਾਜ਼ ਤੁਹਾਡੀ ਰਿਫਿਊਜ਼ਲ ਆਈ ਹੋਈ ਹੈ। ਉਸ ਤੋਂ ਬਾਅਦ ਵੀ ਇਹਨਾਂ ਨੂੰ ਮੈਂ 4-5 ਦਿਨ ਇਹਨਾਂ ਨੂੰ ਮੈਂ ਦੱਸਿਆ ਨੀਗਾ ਵੀ ਮੇਰੇ ਵੱਲੋਂ ਪਾਸਪੋਰਟ ਮਿਲ ਗਿਆ।
ਵੀ ਮੇਰਾ ਵੀ ਮੈਂ ਇਹਨਾਂ ਨੂੰ ਪੁੱਛਿਆ ਮੈਂ ਜੀ ਹਾਂਜੀ ਵੀ ਹੁਣ ਤਾਂ ਦੱਸ ਦਿਓ ਮੇਰਾ ਪ੍ਰੋਸੈਸ ਕਿੱਥੇ ਚੱਲ ਰਿਹਾ ਹੈਗਾ। ਇਹਨਾਂ ਨੇ ਮਤਲਬ ਉਹਦੇ ਵੀ ਸਕਰੀਨਸ਼ਾਟ ਜਾਲੀਆ ਦਿਖਾ ਦੇ ਕਰਦੇ ਸੀਗੇ ਵੀ ਇਹ ਤੁਹਾਡਾ ਸਕਰੀਨਸ਼ਾਟ ਆ, ਤੁਹਾਡਾ ਹਜੇ ਪ੍ਰੋਸੈਸਿੰਗ 'ਚ ਹੈ, ਹਜੇ ਤੁਹਾਡਾ ਕੋਈ ਰਿਵਰਟ ਨਹੀਂ ਆਇਆ। 4-5 ਦਿਨ ਇਹਨਾਂ ਨੇ ਇਹੀ ਲਾਰੇ ਚਲਾਈ ਰੱਖਿਆ। 5ਵੇਂ ਦਿਨ ਮੈਂ ਆਪ ਹੀ ਆਪਣਾ ਪਾਸਪੋਰਟ ਉਹਨਾਂ ਨੂੰ ਸ਼ੋਅ ਕਰਤਾ ਵੀ ਮੈਂ ਮੇਰੇ ਤਾਂ ਰਿਫਿਊਜ਼ਲ ਆਈ ਹੋਈ ਹੈ। ਉਸ ਤੋਂ ਬਾਅਦ ਇਹ ਮੇਰੇ ਖਿਲਾਫ ਪੁੱਠੇ ਹੋ ਗਏ, ਕਹਿੰਦੇ ਵੀ ਤੈਨੂੰ ਕਿਹਨੇ ਕਿਹਾ ਸੀ ਉੱਥੇ ਜਾ ਕੇ ਪਾਸਪੋਰਟ ਲੈ ਕੇ ਆਉਣ ਨੂੰ, ਇਹ ਸਾਡੀ ਡਿਊਟੀ ਬਣਦੀ ਹੈ ਫਲਾਣਾ, ਐਂ ਕਰੀ ਗਈ। ਉਸ ਤੋਂ ਬਾਅਦ ਇਹਨਾਂ ਨੇ ਕੋਈ ਫੀਸ ਪੁੱਠੀ ਕਰਨ ਦਾ ਨਹੀਂ ਉਹ ਕੀਤਾ ਜੀ। ਬਸ 6-7 ਮਹੀਨੇ ਮੈਨੂੰ ਐਂ ਕਹੀ ਗਏ ਹਜੇ ਤੁਹਾਡੀ ਕਾਲਜ ਫੀਸ ਰਿਫੰਡ ਨਹੀਂ ਹੋਈ ਹੈਗੀ। ਮੇਰੇ ਤੋਂ ਮਹੀਨਾ 2 ਮਹੀਨਾ ਮੇਰੇ ਤੋਂ ਟਾਈਮ ਲਈ ਗਈ। ਉਸ ਤੋਂ ਬਾਅਦ ਜੀ ਮੈਂ ਫਿਰ ਆਪਣਾ ਥਾਣੇ ਗਿਆ ਜੀ। ਥਾਣੇ ਮੈਂ 15 ਮਈ ਨੂੰ ਗਿਆ ਸੀਗਾ, ਉੱਥੇ ਮੇਰੀ ਕੋਈ ਉਹ ਨਹੀਂ ਹੋਈ। 17 ਮਈ ਨੂੰ ਮੈਂ ਉੱਥੇ ਰਾਪਟ ਲਿਖਵਾਈ ਹੈ ਜੀ, ਮੇਰੀ ਉਹ ਵੀ ਨਹੀਂ ਕੱਟੀ ਗਈ ਜੀ। ਫਿਰ ਥਾਣੇ ਠੁਣ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਹਾਂ ਵੀ ਮੇਰਾ ਇੱਥੇ ਕੁਝ ਵੀ ਨਹੀਂ ਬਣਦਾ ਹੈਗਾ, ਫਿਰ ਜੀ ਮੈਂ ਬਾਬਾ ਜੀ ਉਰੇ ਲਗਾਇਆ ਜੀ। ਉਸ ਤੋਂ ਬਾਅਦ ਅਸੀਂ 2 ਮਈ ਨੂੰ ਗਏ ਸੀਗੇ, 2 ਅਗਸਤ ਨੂੰ ਗਏ ਸੀ ਆਪਣਾ ਉਰੇ ਸੈਂਟਰ 'ਚ। ਉਹ ਤੋਂ ਬਾਅਦ ਜੀ ਬਾਬਾ ਜੀ ਗਏ ਸੀ ਮੇਰੇ ਨਾਲ ਤੇ 2-4 ਭਾਈ ਗਏ ਸੀਗੇ। ਉਹਨਾਂ ਨੇ ਸੈਂਟਰਾਂ ਨੇ ਪੁਲਿਸ ਬੁਲਾ ਲਈ ਜੀ। ਪੁਲਿਸ ਖੁਦ ਉਹਨਾਂ ਨੂੰ ਸੈਂਟਰਾਂ ਨੂੰ ਆਪਣਾ ਥਾਣੇ ਚਲੇ ਗਈ। ਉਸ ਤੋਂ ਬਾਅਦ ਜੀ ਉੱਥੇ ਮੰਨ ਲਓ SHO ਸਾਹਿਬ ਦੇ ਸਾਹਮਣੇ ਜੋ ਵੀ ਗੱਲ ਹੋਈ ਆ, ਉੱਥੋਂ ਬਸ ਵੀ ਉਹਨਾਂ ਨੇ ਮੈਨੂੰ 50,000 ਰੁਪਏ ਅਕਾਊਂਟ 'ਚ ਪਵਾਤਾ ਜੀ। ਫਿਰ ਉਹਨਾਂ ਨੇ ਟਾਈਮ ਲਿੱਤਾ ਸੀਗਾ ਵੀ 11 ਤਰੀਕ ਤੱਕ ਦਾ, ਵੀ 11 ਤਰੀਕ ਨੂੰ ਵੀ ਤੁਹਾਡੀ ਸਾਰੀ ਜੋ ਵੀ ਪੇਮੈਂਟ ਰਹੂਗੀ ਉਹ ਤੁਹਾਡੀ ਸਾਰੀ ਉਹ ਕਰ ਦਾਂਗੇ, ਰਿਟਰਨ ਕਰ ਦਾਂਗੇ। 11 ਤਰੀਕ ਨੂੰ ਜੀ ਅਸੀਂ ਦੁਬਾਰਾ ਗਏ ਹਾਂ ਉੱਥੇ ਜੀ। ਆਪਣਾ 15 ਅਗਸਤ ਕਰਕੇ ਜੀ SHO ਬਾਈ ਕੋਲ ਟਾਈਮ ਹੈ ਨਹੀਂ ਸੀਗਾ। ਫਿਰ ਉਸ ਤੋਂ ਬਾਅਦ ਜੀ ਫਿਰ ਇਹਨਾਂ ਨੇ 16 ਤਰੀਕ ਦਾ ਟਾਈਮ ਦਿੱਤਾ ਜੀ। 16 ਤਰੀਕ ਨੂੰ ਵੀ ਟਾਈਮ ਸੀ ਸਾਡੇ ਤੋਂ ਜਾ ਨਹੀਂ ਹੋਇਆ ਸੀ। 17 ਤਰੀਕ ਨੂੰ ਗਈ। 17 ਤਰੀਕ ਨੂੰ ਨਹੀਂ ਕੋਈ ਗੱਲ ਬਣੀ। 17 ਤੋਂ ਬਾਅਦ ਫਿਰ ਬਾਈ ਕਹਿੰਦੇ ਵੀ ਤੁਸੀਂ ਸਿੱਧਾ ਸੈਂਟਰ ਚੱਲ ਜਾਓ, ਵੀ ਮੇਰੀ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਹੈਗੀ। ਫਿਰ ਅਸੀਂ ਦੁਬਾਰਾ ਸੈਂਟਰ ਗਏ ਹਾਂ। ਉਸ ਤੋਂ ਬਾਅਦ ਜੀ ਦੁਬਾਰਾ ਫਿਰ ਜਾ ਕੇ ਉੱਥੇ ਦੁਬਾਰਾ ਫਿਰ ਪੁਲਿਸ ਆ ਗਈ। ਉਸ ਤੋਂ ਬਾਅਦ ਵੀ ਸਾਡਾ ਕੁਛ ਨਹੀਂ ਹੋਈ ਜਾਂਦਾ ਜੀ। ਮਤਲਬ ਤੁਹਾਡਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ, ਤੁਹਾਨੂੰ ਕਦੇ ਇੱਧਰ ਕਦੇ ਉੱਧਰ ਕੀਤਾ ਜਾ ਰਿਹਾ। ਤੁਹਾਨੂੰ ਕੋਈ ਧਮਕੀ ਵੀ ਦਿੱਤੀ ਸੀ ਕਿ ਅਸੀਂ ਪੈਸੇ ਨਹੀਂ ਦੇਣੇ? ਜਿਵੇਂ ਤੁਸੀਂ ਦੱਸ ਰਹੇ ਸੀ ਕਿ ਜਿਸ ਤਰੀਕੇ ਦੇ ਨਾਲ ਜਦੋਂ ਤੁਸੀਂ ਜਾਂਦੇ ਸੀਗੇ ਇਕੱਲੇ ਤਾਂ ਤੁਹਾਨੂੰ ਹਿੱਕ 'ਚ ਆਣ ਕੇ ਕਹਿੰਦੇ ਸੀ ਵੀ ਕੋਈ ਗੱਲ ਨਹੀਂ ਦੇ ਦਾਂਗੇ, ਜਦੋਂ ਤੁਸੀਂ ਨਾਲ ਲੈ ਕੇ ਗਏ ਸਾਰਿਆਂ ਨੂੰ ਉਦੋਂ ਫਿਰ ਕਹਿੰਦੇ ਕੋਈ ਗੱਲ ਨਹੀਂ ਅਸੀਂ ਵੀ ਪਿਆਰ ਦੇ ਨਾਲ ਗੱਲ ਕਰਦੇ। ਹਾਂਜੀ, ਇਹਨਾਂ ਨੇ ਮੇਰੇ ਖਿਲਾਫ ਜੀ 2 ਵਾਰ ਹਾਈ ਕੋਰਟ 'ਚ ਲੀਗਲ ਨੋਟਿਸ ਵੀ ਭੇਜਿਆ ਹੋਇਆ ਜੀ। ਉਹਦੇ ਵਿੱਚ ਪਹਿਲੇ 'ਚ ਤਾਂ ਇਹ ਲਿਖਾਇਆ ਵੀ ਇਹ ਅਨਨੋਨ ਪਰਸਨ ਲੈ ਕੇ ਆਂਦਾ ਗਾ, ਇਹ ਸਾਨੂੰ ਆ ਕੇ ਧਮਕੀਆਂ ਦਿੰਦਾ ਗਾ, ਇਹ ਸਾਡੇ ਥੱਲੇ ਆਪਣੇ ਸੈਂਟਰ ਦੇ ਬਾਹਰ ਆ ਕੇ ਉੱਚੀ ਰੋਲੇ ਪਾਉਂਦਾ ਗਾ ਵੀ ਇੱਦਾਂ ਕਰਕੇ। ਉਸ ਤੋਂ ਬਾਅਦ ਦੂਜਾ ਲੀਗਲ ਨੋਟਿਸ ਜਦੋਂ ਮੈਂ 15 ਮਈ ਨੂੰ ਆਪਣਾ ਥਾਣੇ 'ਚ ਗਿਆ ਸੀਗਾ ਜੀ, ਉਸ ਤੋਂ ਬਾਅਦ ਦੂਜੇ ਹੀ ਲੀਗਲ ਨੋਟਿਸ ਇਹਨਾਂ ਨੇ ਇਹ ਕਰਿਆ ਸੀ, ਇਹ ਜੀ ਆਪਣਾ ਲੋਕਲ ਪੁਲਿਸ ਵਾਲਿਆਂ ਨੂੰ ਲੈ ਕੇ ਸਾਡੇ ਸੈਂਟਰ ਆਂਦਾ ਗਾ, ਸਾਨੂੰ ਦੁਬਾਰਾ ਫਿਰ ਧਮਕੀਆਂ ਦਿੰਦਾ ਗਾ। ਅਤੇ ਇਹਨਾਂ ਨੇ ਬਾਊਂਸਰ ਰੱਖੇ ਹੋਏ ਨੇ ਜੀ, ਤੇ ਉਹਨਾਂ ਨੂੰ ਪੈਸੇ ਦਿੰਦੇ ਨੇ ਤੇ ਇਹਨਾਂ ਸਾਡੇ ਖਿਲਾਫ ਧਮਕੀਆਂ ਦਵਾਉਂਦੇ ਨੇ ਜੀ। ਪੁਲਿਸ ਕਿਉਂ ਨਹੀਂ ਕਾਰਵਾਈ ਕਰ ਰਹੀ? ਜਦੋਂ ਪੁਲਿਸ ਤੁਹਾਨੂੰ 50,000 ਰੁਪਇਆ ਦਵਾ ਸਕਦੀ ਆ ਜਾਂ ਬਾਬੇ ਦਵਾ ਸਕਦੇ ਆ, 40,000 ਰੁਪਇਆ ਉਹਨਾਂ ਦੇ 90,000 ਮੋੜਤਾ, ਬਾਕੀ ਦੀ ਰਕਮ ਫਿਰ ਕਿਉਂ ਨਹੀਂ ਪੁਲਿਸ ਦਵਾਰੀ, ਕਿਉਂ ਨਹੀਂ ਕਾਰਵਾਈ ਕਰ ਰਹੀ? ਜਿਵੇਂ 2022 ਦੇ ਵਿੱਚ ਵੀ ਇਹਨਾਂ ਦੇ ਖਿਲਾਫ ਕੋਈ FIR ਦਰਜ ਹੋਈ ਸੀਗੀ, ਉਸ ਤੋਂ ਪਹਿਲਾਂ ਵੀ ਕਈ ਕੇਸ ਨੇ, ਕਈ ਨੌਜਵਾਨਾਂ ਦੇ ਪੈਸੇ ਖਾ ਚੁੱਕੇ ਨੇ, ਕਿਉਂ ਨਹੀਂ ਕਾਰਵਾਈ ਕੀਤੀ? ਜੇ ਕੋਈ ਵੱਡੀ ਸ਼ਾਇ ਹੈ ਪਤਾ ਨਹੀਂ। ਇਹ ਆਪਣਾ ਇੱਕ ਤਾਂ ਜੀ ਪਹਿਲੀ ਗੱਲ ਤਾਂ ਇਹ ਓਨਰ ਹੀ ਗੁਰਪ੍ਰੀਤ ਸਿੰਘ ਧੰਜਲ ਨਾਮ ਹੈ ਜੀ ਇਹਨਾਂ ਦਾ, ਇਹ ਸਾਹਮਣੇ ਨਹੀਂ ਆ ਰਿਹਾ ਜੀ। ਨਾ ਤਾਂ ਇਹਦਾ ਕਿਸੇ ਦਾ ਕੰਟੈਕਟ ਨੰਬਰ ਹੈਗਾ, ਨਾ ਕੋਈ ਫੋਟੋ ਹੈਗੀ ਜੀ। ਮੈਨੂੰ ਖੁਦ ਨੂੰ 1 ਸਾਲ 8 ਮਹੀਨੇ ਹੋ ਗਏ, ਮੈਂ ਅੱਜ ਤੱਕ ਕਦੇ ਗੁਰਪ੍ਰੀਤ ਸਿੰਘ ਧੰਜਲ ਨਹੀਂ ਦੇਖਿਆ ਜੀ ਇਹਨਾਂ ਦਾ ਓਨਰ। ਨਾ ਕਿਸੇ ਨਾਲ ਗੱਲ ਹੁੰਦੀ ਓਨਰ ਨਾਲ ਜੀ, ਨਾ ਕੁਛ। ਬਸ ਇਹਨਾਂ ਸਟਾਫ ਹੈ ਜੀ, ਇਹਨਾਂ ਹਰੇਕ ਸਟਾਫ ਦਾ ਨਾਮ ਅਸਲੀ ਕੁਛ ਹੈ ਜੀ, ਤੇ ਆਪਣਾ ਸੈਂਟਰ 'ਚ ਨਾਮ ਕੁਛ ਹੈ ਜੀ। ਸਾਰਾ ਦਿਨ ਨਕਲੀ ਆਪਣੇ ਆਧਾਰ ਕਾਰਡ ਬਣੇ ਹੋਏ ਨੇ ਜੀ, ਸਭ ਦਾ ਕੋਈ ਬਾਇਓਡਾਟਾ ਕੁਛ ਵੀ ਨਹੀਂ ਹੈਗਾ ਜੀ। ਮਤਲਬ ਪਹਿਚਾਣ ਲਕੋਈ ਹੋਈ ਹੈ, ਇਹਨਾਂ ਦੇ ਪੈਸੇ ਫਸੇ ਹੋਏ ਨੇ ਤਕਰੀਬਨ 5 ਲੱਖ ਦੇ ਨੇੜੇ। ਤਾਂ ਗੁੜੀਆ ਉੱਥੇ ਕੰਮ ਕਰਦੀ ਸੀਗੀ, ਇਹਨਾਂ ਨੂੰ ਤਨਖਾਹ ਹੀ ਮਾਰ ਲਈ, ਕਹਿੰਦੇ ਤੁਸੀਂ ਇੱਥੇ ਕੰਮ ਹੀ ਨਹੀਂ ਕਰਦੇ ਸੀਗੇ, ਇਸ ਕੰਪਨੀ ਦੇ ਵਿੱਚ ਕੰਮ ਹੀ ਨਹੀਂ ਕਰਦੇ ਸੀਗੇ। ਕੀ ਗੱਲ ਹੈ, ਕਿਉਂ ਪੈਸੇ ਤੁਹਾਡੇ ਰੋਕੇ ਗਏ ਨੇ? ਤੁਸੀਂ ਇੰਨੇ ਟਾਈਮ ਤੋਂ ਉਹਨਾਂ ਦੇ ਨਾਲ ਕੰਮ ਕਰ ਰਹੇ ਸੀਗੇ, ਤੁਹਾਡੇ ਮੈਸੇਜ ਵੀ ਦਿਖਾ ਰਹੇ ਸੀਗੇ ਕਿ ਇਸ ਥਾਂ ਤੋਂ ਆ ਰਹੇ ਸੀਗੇ ਵੀ ਪੈਸੇ, ਫਿਰ ਹੁਣ ਕਿਉਂ ਰੋਕ ਲਏ ਤੁਹਾਡੇ ਪੈਸੇ? ਸਰ ਇਹਨਾਂ ਦੇ ਆਫਿਸ ਪਹਿਲਾਂ 7 ਫੇਸ ਹੁੰਦਾ ਸੀਗਾ, ਜਿਹੜਾ ਕਿ ਉੱਥੇ ਅਸੀਂ ਵਰਕਰ ਰਹੇ ਹਾਂਗੇ। ਉਸ ਤੋਂ ਬਾਅਦ ਇਹਨਾਂ ਨੇ 32 ਦੇ ਵਿੱਚ ਆਫਿਸ ਇੱਕ ਕੀਤਾ ਹੈਗਾ ਫਤਿਹ ਇੰਟਰਨੈਸ਼ਨਲ ਦੇ ਨਾਮ ਤੋਂ, ਤੇ ਇਹਨਾਂ ਨੇ ਮੈਨੂੰ ਉੱਥੇ ਟਰਾਂਸਫਰ ਕੀਤਾ ਸੀ। ਬਟ ਫਿਰ ਵੀ ਜਦੋਂ ਇਹਨਾਂ ਨੂੰ ਇੱਥੇ ਜ਼ਰੂਰਤ ਪੈਂਦੀ ਸੀ, ਮੈਂ ਆਂਦੀ ਸੀ ਇਹਨਾਂ ਦੇ ਕੰਮ ਲਈ। ਤੇ ਅਚਾਨਕ ਹੀ ਪਤਾ ਨਹੀਂ ਕਿਆ ਹੋਇਆ, ਮੈਂ ਆਫਿਸ ਦੇ ਵਿੱਚ ਹੀ ਸੀਗੀ ਤੇ ਇਹਨਾਂ ਦੇ ਆਫਿਸ ਦੇ ਵਿੱਚ ਇੱਥੇ ਕੋਈ ਮਸਲਾ ਹੋ ਗਿਆ, ਤੇ ਇਹਨਾਂ ਨੇ ਮਤਲਬ ਮੈਨੂੰ ਵਿੱਚ ਉਹ ਕਰਨਾ, ਇਨਵੋਲਵ ਕਰਨਾ ਸ਼ੁਰੂ ਕਰਤਾ ਹੈ ਨਾ, ਕਿ ਤੁਹਾਡੀ ਵਜ੍ਹਾ ਦੇ ਨਾਲ ਇਹ ਸਭ ਕੁਝ ਹੋ ਰਿਹਾ। ਕਿਉਂਕਿ ਜਿਹੜੇ PG ਦੇ ਵਿੱਚ ਅਸੀਂ ਰਹਿੰਦੇ ਆ ਨਾ, ਤੇ ਉੱਥੇ ਵੀ ਵੀਰਾ ਜੀ ਵੀ ਰਹਿੰਦੇ ਆ, ਤੇ ਅਸੀਂ ਇੱਕ ਦੂਸਰੇ ਨੂੰ ਵਧੀਆ ਤਰੀਕੇ ਨਾਲ ਜਾਣਦੇ ਆ। ਬਟ ਇਹ ਕੇਸ ਸਾਨੂੰ ਨਹੀਂ ਪਤਾ ਸੀਗਾ ਵੀ ਇੱਦਾਂ ਦਾ ਕੋਈ ਮਸਲਾ। ਇਹਨਾਂ ਨੇ ਮੈਨੂੰ ਉਸ ਚੀਜ਼ ਕਰਕੇ ਮੈਨੂੰ ਕਿਹਾ ਕਿ ਮੈਨੂੰ 3 ਤਰੀਕ ਨੂੰ ਇਹਨਾਂ ਨੇ, ਮੈਂ ਜਦੋਂ 2 ਤਰੀਕ ਨੂੰ ਮੈਂ ਛੁੱਟੀ ਕਰ ਲਈ, ਉਹ ਮੇਰੀ ਮਰਜ਼ੀ ਮੈਂ ਕਰਾਂ ਜਾਂ ਨਾ ਕਰਾਂ, ਹੈ ਨਾ। ਜਦੋਂ ਮੈਂ 3 ਤਰੀਕ ਨੂੰ ਵਾਪਸ ਗਈ, ਮੈਂ ਉੱਥੇ ਜਾ ਕੇ ਵਰਕ ਕਰਨ ਦਾ ਸ਼ੁਰੂ ਕੀਤਾ, ਤਾਂ ਮੈਨੂੰ ਜਿਹੜਾ ਹਰਮਨ ਹੈ, ਇਹ ਉੱਥੇ ਦਾ ਮੈਨੇਜਰ ਬਣਿਆ ਹੋਇਆ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੈਮ ਵੀ ਚਲੇ ਜਾਓ ਘਰ ਨੂੰ। ਮੈਂ ਕਿਹਾ ਸਰ ਕੀ ਗੱਲ ਹੋ ਗਈ, ਵੀ ਮੈਂ ਅੱਜ ਲਈ ਹੀ ਜਾਣਾ ਜਾਂ ਫਿਰ ਪਰਮਾਨੈਂਟ ਹੀ ਜਾਣਾ? ਤੇ ਮੈਨੂੰ ਕਹਿੰਦੇ ਮੈਮ ਤੁਸੀਂ ਪਰਮਾਨੈਂਟ ਹੀ ਜਾਣਾ। ਤੇ ਮੈਂ ਇਹਨਾਂ ਨੂੰ ਦੂਸਰਾ ਕੋਈ ਸਵਾਲ ਨਹੀਂ ਕੀਤਾ, ਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਸਰ ਮੇਰੀ ਸੈਲਰੀ
ਤੇ ਇਹ ਕਹਿੰਦੇ ਮੈਮ ਤੁਹਾਡੀ ਜਿੰਨੀ ਸੈਲਰੀ ਬਣਦੀ ਹੈ ਤੁਹਾਡੀ 15 ਤਰੀਕ ਨੂੰ ਸੈਲਰੀ ਅਕਾਊਂਟ ਦੇ ਵਿੱਚ ਆ ਜਾਊਗੀ। ਇਹਨਾਂ ਦੀ ਸੈਲਰੀ 15 ਤਾਰੀਖ ਨੂੰ ਆਉਂਦੀ ਹੈ। ਮੈਂ ਕਿਹਾ ਕੋਈ ਗੱਲ ਨਹੀਂ ਸਰ। ਇਹ ਕਹਿੰਦੇ ਰੁਕ ਜਾਓ ਮੈਮ, ਤੁਸੀਂ ਮੈਮ ਨਾਲ ਗੱਲ ਕਰਕੇ ਜਾਓ, ਜਿਨ੍ਹਾਂ ਦਾ ਨਾਮ ਕਿ ਜਸਲੀਨ ਹੈ। ਮੈਂ ਉਹਨਾਂ ਨਾਲ ਗੱਲ ਕੀਤੀ। ਮੈਂ ਕਿਹਾ ਹਾਂਜੀ ਮੈਮ ਕੀ ਮਸਲਾ ਹੈਗਾ ਕਿ ਤੁਸੀਂ ਮੈਨੂੰ ਕੰਮ ਤੋਂ ਕੱਢੇ ਆ। ਤੇ ਮੈਨੂੰ ਕਹਿੰਦੇ ਵੀ ਜਿਸ ਦਿਨ ਤੁਸੀਂ ਪੀਜੀ ਦੇ ਵਿੱਚ ਹਰਮਨ ਆਇਆ ਸੀਗਾ ਸਾਡੀ ਪੀਜੀ ਦੇ ਵਿੱਚ, ਤੇ ਹਰਮਨ ਨੇ ਮੈਨੂੰ ਭਰਾਵਾਂ ਤੇ ਭੈਣਾਂ ਵਾਲਾ ਸਾਡਾ ਰਿਸ਼ਤਾ ਸੀਗਾ, ਤੇ ਉਸੇ ਨਾਤੇ ਮੇਰੇ ਕੋਲ ਜਦੋਂ ਆਇਆ ਹਰਮਨ, ਮੈਂ ਇਹਨੂੰ ਬਾਹਰੇ ਦੇਖਿਆ। ਮੈਂ ਕਿਹਾ ਹਰਮਨ ਤੂੰ ਇੱਥੇ? ਕਹਿੰਦਾ ਹਾਂਜੀ। ਕਹਿੰਦਾ ਮੈਨੂੰ ਕੰਮ ਸੀਗਾ ਇੱਥੇ, ਤੇ ਇੱਥੇ ਇੱਕ ਪੀਐਨ ਸੀਗਾ ਇਹਨਾਂ ਦਾ ਜਿਹੜਾ ਕਿ ਮੈਂ ਲਗਵਾਇਆ ਸੀਗਾ, ਤੇ ਉਹਦੇ ਕਰਕੇ ਇਹਨਾਂ ਨੇ ਕਿਹਾ ਵੀ ਉਹਦੇ ਕੋਲੇ ਚਾਬੀ ਚੁੱਬੀ ਇਹਨਾਂ ਦੀ ਆਫਿਸ ਦੀ ਰਹਿ ਗਈ ਹੋਣੀ। ਉਹ ਕਹਿੰਦੇ ਵੀ ਇਹਨਾਂ ਨੇ ਡਾਟਾ ਚੋਰੀ ਕੀਤਾ। ਉਹਦਾ ਨਾਮ ਰਫੀ ਲੱਗਦਾ ਹੈਗਾ, ਤੇ ਕਹਿੰਦੇ ਵੀ ਉਹਨਾਂ ਨੇ ਡਾਟਾ ਚੋਰੀ ਕੀਤਾ ਹੈ। ਤੇ ਉਹ ਕੁਦਰਤੀ ਉਹੀ ਰਫੀ ਵੀ ਮੇਰੇ ਭਰਾਵਾਂ ਵਾਂਗੂ ਲੱਗਦਾ, ਤੇ ਉਹ ਮੇਰੇ ਰੂਮ ਦੇ ਵਿੱਚ ਹੀ ਬੈਠੇ ਸੀਗੇ, ਤੇ ਅਸੀਂ ਬੈਠੇ ਸੀ। ਇਹ ਮੈਨੂੰ ਕਹਿੰਦੇ ਵੀ ਰਫੀ ਦੇ ਨਾਲ ਗੱਲ ਕਰਨੀ ਹੈ। ਮੈਂ ਕਿਹਾ ਕੋਈ ਗੱਲ ਨਹੀਂ ਵੀਰੇ ਆ ਜਾ, ਵੀ ਮੇਰੇ ਰੂਮ ਦੇ ਵਿੱਚ ਹੀ ਹੈ। ਤੇ ਮੇਰੇ ਰੂਮ ਦੇ ਵਿੱਚ ਆਇਆ, ਇਹਨੇ ਉਹਦੇ ਨਾਲ ਗੱਲ ਕੀਤੀ, ਤੇ ਇਹਨੇ ਸਾਡੀ ਮਤਲਬ ਮੈਨੂੰ ਨਹੀਂ ਪਤਾ ਰਿਕਾਰਡਿੰਗ ਕੀਤੀ ਹੈ ਜਾਂ ਨਹੀਂ ਕੀਤੀ। ਇਹ ਜਿਹੜੀ ਸਾਡੀ ਮਤਲਬ ਮੈਡਮ ਹੈ ਸਾਡੀ ਜਸਲੀਨ ਮੈਮ, ਉਹਨਾਂ ਨੇ ਕਿਹਾ ਹੈਗਾ ਕਿ ਹਾਂਜੀ ਰਫੀ ਮਤਲਬ ਜਿਹੜੀ ਹੈਗੀ ਰਫੀ ਤੇ ਤੁਹਾਡੀ ਜਿਹੜੀ ਰਿਕਾਰਡਿੰਗ ਹਰਮਨ ਕਰਕੇ ਲੈ ਕੇ ਆਇਆ। ਮੈਂ ਕਿਹਾ ਮੈਮ ਦੇਖੋ ਸਾਡੀ ਰਿਕਾਰਡਿੰਗ ਕੋਈ ਵੀ ਕੀਤੀ ਹੈ, ਮੇਰਾ ਤਾਂ ਮਸਲਾ ਵਿੱਚ ਹੈ ਨਹੀਂ, ਠੀਕ ਹੈ। ਇਹਨਾਂ ਕੋਲੇ ਸੀ ਤੁਹਾਡੀ ਚਾਬੀ, ਤੁਸੀਂ ਇਹਨਾਂ ਨਾਲ ਗੱਲ ਕਰੋ। ਚਾਬੀ ਦੀ ਗੱਲ ਆ, ਮੈਂ ਤੁਹਾਨੂੰ ਕੱਲ੍ਹ ਆਫਿਸ ਦੇ ਵਿੱਚ ਆ ਕੇ ਚਾਬੀ ਫੜਾ ਜੂੰਗੀ। ਕਹਿੰਦੀ ਠੀਕ ਹੈ। ਤੇ ਮੈਂ ਕਿਹਾ ਕੋਈ ਗੱਲ ਨਹੀਂ ਮੈਮ, ਮੇਰੀ ਸੈਲਰੀ ਵੀ ਤੁਸੀਂ ਜਦੋਂ 15 ਤਰੀਕ ਨੂੰ ਮੈਂ ਦੇਖਿਆ ਵੀ 15 ਅਗਸਤ ਤਾਂ ਖੁਦ ਹੀ ਪਤਾ ਹੈ ਕਿ 15 ਅਗਸਤ ਨੂੰ ਬੈਂਕ ਵਗੈਰਾ ਬੰਦ ਹੋਣੀ, ਟ੍ਰਾਂਜੈਕਸ਼ਨ ਹੋਣੀ ਨਹੀਂ। ਤੇ ਮੈਂ ਇਹਨਾਂ ਨੂੰ 16 ਤਰੀਕ ਨੂੰ ਮੈਸੇਜ ਕੀਤੇ, ਬਕਾਇਦਾ ਜਿਹੜਾ ਓਨਰ ਹੈ ਗੁਰਪ੍ਰੀਤ ਸਰ, ਉਹਨਾਂ ਨੂੰ ਵੀ ਕੀਤੇ, ਤੇ ਜਸਲੀਨ ਕੌਰ ਐਕਚੁਅਲੀ ਇਹਨਾਂ ਦੀ ਵਾਈਫ ਹੀ ਨੇ, ਤੇ ਉਹਨਾਂ ਨੂੰ ਵੀ ਮੈਂ ਮੈਸੇਜ ਕੀਤੇ। ਤੇ ਮੈਂ ਕਿਹਾ ਮੈਮ ਵੀ ਮੇਰੀ ਸੈਲਰੀ ਨਹੀਂ ਆਈ ਹੈਗੀ, ਤੇ ਮੈਮ ਨੇ ਤਾਂ ਮੇਰੇ ਮੈਸੇਜ ਹੀ ਸੀਨ ਨਹੀਂ ਕੀਤੇ, ਤੇ ਨਾ ਹੀ ਮੇਰਾ ਫੋਨ ਚੁੱਕਿਆ ਗਿਆ। ਤੇ ਮੈਂ ਗੁਰਪ੍ਰੀਤ ਸਰ ਨੂੰ ਕੀਤੇ ਮੈਸੇਜ, ਉਹਨਾਂ ਨੇ ਮੇਰੇ 2 ਮੈਸੇਜ ਸੀਨ ਕੀਤੇ। ਉਹਦੇ ਬਾਅਦ ਉਹਨਾਂ ਨੇ ਨੈਟ ਆਫ ਕਰ ਲਿਆ, ਤੇ ਉਹਦੇ ਬਾਅਦ ਮੈਂ ਉਹਨਾਂ ਨੂੰ ਕੋਈ ਮੈਸੇਜ ਨਹੀਂ ਕੀਤਾ। ਹਰਮਨ ਜੋ ਕਿ ਰਿਸਪੌਂਸੀਬਲ ਸੀ, ਜਿਹਨੇ ਮੈਨੂੰ ਕਿਹਾ ਸੀਗਾ ਕਿ 15 ਤਾਰੀਖ ਨੂੰ ਤੁਹਾਡੀ ਸੈਲਰੀ ਆ ਜਾਊਗੀ, ਮੈਂ ਫੋਨ ਉਹਨਾਂ ਨੂੰ ਕੀਤਾ। ਮੈਂ ਕਿਹਾ ਵੀ ਇੱਦਾਂ ਕਰਕੇ ਮੇਰੀ ਸੈਲਰੀ ਦਾ ਇਸ਼ੂ ਹੈਗਾ, ਵੀ ਮੇਰੀ ਸੈਲਰੀ ਆ ਜਾਏਗੀ ਜਾਂ ਨਹੀਂ ਆ ਜਾਏਗੀ। ਉਹ ਕਹਿੰਦਾ ਕੋਈ ਗੱਲ ਨਹੀਂ, ਸੈਲਰੀ ਆ ਜਾਣੀ ਹੈ। ਕਿਉਂਕਿ ਮੈਨੂੰ ਵੀ ਦੇਖੋ 15 ਤਾਰੀਖ ਨੂੰ ਸਾਡਾ ਵੀ ਰੈਂਟ ਵਗੈਰਾ ਹੁੰਦਾ ਹੈ ਨਾ, ਸਾਰੀ ਇਨਫੋ ਜਿਹੜੀ ਹੁੰਦੀ ਹੈ ਸਾਡੀ ਵੀ ਜ਼ਰੂਰਤ ਹੁੰਦੀ ਹੈਗੀ। ਮੈਂ ਉਹਨੂੰ ਕਿਹਾ ਮੇਰੇ ਅਕਾਊਂਟ ਦੇ ਵਿੱਚ 11 ਵਜੇ ਤੱਕ ਸਵੇਰ ਮੇਰੇ ਅਕਾਊਂਟ ਦੇ ਵਿੱਚ ਮੇਰੀ ਪੇਮੈਂਟ ਡਲਵਾ ਦਿਓ। ਕਹਿੰਦਾ ਕਿਸੇ ਦੀ ਵੀ ਪੇਮੈਂਟ ਨਹੀਂ ਆਈ। ਮੈਂ ਕਿਹਾ ਮੈਨੂੰ ਕਿਸੇ ਦੀ ਪੇਮੈਂਟ ਤੱਕ ਕੋਈ ਮਤਲਬ ਨਹੀਂ, ਮੈਂ ਤੁਹਾਡੀ ਵਰਕਰ ਨਹੀਂ ਹੈਗੀ, ਤੇ ਮੇਰੀ ਜਿਹੜੀ ਤੁਸੀਂ ਪੇਮੈਂਟ ਕਿਹਾ ਸੀ 15 ਤਾਰੀਖ ਨੂੰ ਆ ਜਾਊਗੀ। ਮੈਂ ਕਿਹਾ ਮੈਨੂੰ ਯਕੀਨ ਨਹੀਂ ਹੈਗਾ, ਕਿਉਂਕਿ ਤੁਸੀਂ ਜਦੋਂ ਮੈਨੂੰ ਟਾਈਮ ਦਿੱਤਾ ਉਦੋਂ ਤੁਸੀਂ ਪਾਈ ਨਹੀਂ। ਤੇ ਬਕਾਇਦਾ ਇਹਨਾਂ ਦੇ ਨਾਲ ਇੱਕ HR ਹੈਗੀ ਜਿਹਦਾ ਕਿ ਨਾਮ ਅਰਮਾਨਦੀਪ ਕੌਰ ਹੈ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਮੇਰੀ ਇੱਦਾਂ ਕਰਕੇ ਸੈਲਰੀ, ਕਿਉਂਕਿ ਜੋ ਮੇਰੀ ਫਰੈਂਡ ਹੀ ਸੀਗੀ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਮੇਰੀ ਸੈਲਰੀ, ਇਹ ਕਹਿੰਦੇ ਵੀ ਮੇਰੀ ਵੀ ਨਹੀਂ ਆਈ, ਤੇ ਮੈਂ ਅਟੈਂਡੈਂਸ ਦਿੱਤੀ ਹੈਗੀ, ਤੇ ਤੁਹਾਡੀ ਸੈਲਰੀ ਆ ਜਾਊਗੀ। ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਹਰਮਨ ਨਾਲ ਗੱਲ ਹੋਈ, ਤੇ ਹਰਮਨ ਕਹਿੰਦਾ ਮੈਂ ਤੇ ਅਰਮਾਨਦੀਪ ਕੌਰ ਵੀ ਅਸੀਂ ਦੋਨੋਂ ਜਣੇ ਉੱਥੇ ਵਰਕਰ ਨਹੀਂ ਹੈਗੇ। ਜਿੱਥੋਂ ਤੱਕ ਮੈਨੂੰ ਇਨਫੋਰਮੇਸ਼ਨ ਹੈ, ਇਹ ਅੱਜ ਵੀ ਆਫਿਸ ਦੇ ਵਿੱਚ ਹੀ ਮੁਨਕਰ ਹੋ ਗਏ ਤੇ ਤੁਹਾਨੂੰ ਸੈਲਰੀ ਨਹੀਂ ਦੇ ਰਹੇ ਸੀਗੇ। ਤੁਸੀਂ ਕੋਈ ਇਸ ਦੀ FIR ਜਾਂ ਕੋਈ ਪੁਲਿਸ ਕੋਲ ਸ਼ਿਕਾਇਤ ਕੀਤੀ ਹੋਵੇ ਕਿ ਮੈਂ ਇੰਨੇ ਸਮੇਂ ਤੋਂ ਕੰਮ ਕਰ ਰਹੀ ਸੀਗੀ, ਇਹ ਤਨਖਾਹ ਇਸ ਖਾਤੇ 'ਚ ਵਿੱਚ ਆ ਰਹੀ ਸੀਗੀ, ਪਰ ਇਹ ਪੈਸੇ ਨਹੀਂ ਦੇ ਰਹੇ ਮੇਰੇ? ਮੈਂ ਗਈ ਸੀ ਸਰ 32 ਦੇ ਆਫਿਸ ਦੇ ਜਿਹੜਾ 32 ਨੂੰ ਥਾਣਾ ਲੱਗਦਾ, ਅਸ਼ੋਕ ਸਰ ਕੋਲੇ ਮੈਂ ਗਈ ਹਾਂ। ਤੇ ਉੱਥੇ ਜਾ ਕੇ ਮੈਂ ਜਿਹੜਾ ਹੈਗਾ ਉਹਨਾਂ ਨੂੰ ਆਪਣਾ ਮਸਲਾ ਦੱਸਿਆ। ਮੈਂ ਕਿਹਾ ਸਰ ਮੇਰਾ ਸੈਲਰੀ ਇਸ਼ੂ ਹੈ ਇੱਦਾਂ ਕਰਕੇ, ਵੀ ਮੇਰੀ ਸੈਲਰੀ ਨਹੀਂ ਦਿੰਦੇ। ਉਹਨਾਂ ਨੇ ਬਕਾਇਦਾ ਫੋਨ ਕੀਤਾ, ਇਹਨਾਂ ਨੂੰ ਹਰਮਨ ਬੁਲਾਇਆ ਗਿਆ ਉੱਥੇ। ਹਰਮਨ ਨੇ ਉੱਥੇ ਵੀ ਮੇਰੇ ਨਾਲ ਚਲਾਕੀ ਖੇਡੀ। ਉਹਨੇ ਮੈਨੂੰ ਕਿਹਾ ਭੈਣ ਦੇ ਨਾਤੇ ਮੈਨੂੰ 1 ਦਿਨ ਦਾ ਟਾਈਮ ਦੇ ਦੇ। ਮੈਂ ਕਿਹਾ ਕੋਈ ਗੱਲ ਨਹੀਂ ਵੀਰੇ, ਤੂੰ ਮੈਨੂੰ ਅਗਲੇ ਦਿਨ ਜਿਹੜੀ ਹੈਗੀ ਦਿਲਵਾ ਦੀ ਸੈਲਰੀ। ਤੇ ਅਗਲੇ ਦਿਨ ਮੇਰੀ ਅਕਾਊਂਟ ਦੇ ਵਿੱਚ ਫਿਰ ਸੈਲਰੀ ਨਹੀਂ ਆਈ। ਮੈਂ ਦੁਬਾਰਾ ਫਿਰ ਇਹਨੂੰ ਕਿਹਾ, ਮੈਂ ਕਿਹਾ ਹਰਮਨ ਮੇਰੀ ਅਕਾਊਂਟ ਦੇ ਵਿੱਚ ਸੈਲਰੀ ਨਹੀਂ ਆਈ। ਕਹਿੰਦਾ ਕੋਈ ਗੱਲ ਨਹੀਂ, ਜੋ ਕੁਝ ਕਰਨਾ ਕਹਿੰਦਾ ਤੇਰੇ ਤੋਂ ਹੁੰਦਾ ਤੂੰ ਕਰ ਲੈ। ਮੈਂ ਕਿਹਾ ਮੈਂ ਕੀ ਕਰਨਾ? ਮੈਂ ਕਿਹਾ ਮੈਨੂੰ ਤਾਂ ਸੈਲਰੀ ਤੱਕ ਦਾ ਮਸਲਾ। ਕਹਿੰਦੇ ਤੂੰ ਸਾਡਾ ਇੱਧਰ 7 ਫੇਸ ਵਾਲਾ ਆਫਿਸ ਤੜਵਾਇਆ। ਮੈਂ ਕਿਹਾ ਮੈਨੂੰ ਕੋਈ ਨਹੀਂ, ਮੈਂ ਤਾਂ ਖੁਦ ਤੁਹਾਡੀ ਵਰਕਰ ਸੀਗੀ ਹੈ ਨਾ, ਜੇ ਕੋਈ ਉੱਧਰ ਗੱਲ ਆਊਗੀ ਤਾਂ ਮੇਰੇ ਤੇ ਵੀ ਆਊਗੀ। ਕਹਿੰਦੇ ਐਦਾਂ ਨਹੀਂ ਹੁੰਦਾ ਹੈਗਾ। ਤੇ ਇਹਨਾਂ ਨੂੰ ਦੂਸਰੇ ਦਿਨ ਜਦੋਂ ਬੁਲਾਇਆ ਗਿਆ, ਤੇ ਇਹ ਸ਼ਰੇਆਮ ਹੀ ਮੁੱਕਰ ਗਿਆ। ਕਹਿੰਦਾ ਮੈਡਮ ਦੀ ਤਾਂ ਕੋਈ ਸੈਲਰੀ ਹੀ ਨਹੀਂ ਇੱਥੇ ਬਣਦੀ। ਜੀ ਮਤਲਬ ਮੁਨਕਰ ਹੋ ਰਹੇ ਨੇ, ਤਾਂ ਦੂਜੇ ਪਾਸੇ ਠੱਗੀਆਂ ਮਾਰੀਆਂ ਜਾ ਰਹੀਆਂ ਨੇ, ਤਾਂ ਸੈਲਰੀ ਵੀ ਨਹੀਂ ਦਿੱਤੀ ਜਾ ਰਹੀ। ਬਈ ਉਸ ਦਿਨ ਅੱਜ 2-3 ਦਿਨ ਹੋ ਗਏ ਤੁਸੀਂ ਗਏ ਸੀਗੇ, ਪੁਲਿਸ ਵੀ ਆਈ ਸੀਗੀ, ਉਹਨਾਂ ਨੇ ਕਿਹਾ ਸੀ ਕਿ ਸਵੇਰ ਤੱਕ ਤੁਹਾਨੂੰ ਪੈਸੇ ਦੇ ਦੇਵਾਂਗੇ, ਚੈੱਕ ਦੇ ਦਾਂਗੇ। ਕਹਿੰਦੇ 1 ਦਿਨ ਦਾ ਸਮਾਂ ਦੇ ਦਿਓ, ਰਾਤ ਦਾ ਹੀ ਸਮਾਂ ਮੰਗਿਆ ਸੀ। ਕਹਿੰਦੇ ਸਵੇਰੇ 9 ਜਾਂ 10 ਵਜੇ ਤੱਕ ਪੈਸੇ ਦੇ ਦਾਂਗੇ। ਅੱਜ ਤਾਂ 25 ਤਰੀਕ ਹੋ ਗਈ, ਪੈਸੇ ਪਾਤੇ ਫਿਰ ਬਾਈ ਦੇ? ਨਹੀਂ, ਇਹਨਾਂ ਦੇ ਕੋਈ ਪੈਸੇ ਨਹੀਂ ਆਏ। ਉਹਨਾਂ ਨੇ ਪਹਿਲਾਂ ਵੀ ਆਪਣੇ ਵਾਅਦਿਆਂ ਤੋਂ ਕਈ ਵਾਰ ਮੁੱਕਰ ਗਏ ਆ। ਉਹਨੇ ਜਿੰਨੀ ਵਾਰੀ ਵੀ ਟਾਈਮ ਲਿਆ ਇੰਸਪੈਕਟਰ ਸਾਹਿਬ ਤੋਂ, ਸਾਡੇ ਤੋਂ ਲਿਆ, ਉਹ ਮੁੱਕਰਿਆ ਵਾ। ਉਹ ਪਹਿਲਾਂ ਸਾਨੂੰ ਵੀ ਗੁੰਮਰਾਹ ਕਰਦਾ ਰਿਹਾ। ਜਦੋਂ ਥਾਣੇ 'ਚ ਗਈ ਗੱਲ, ਉਹਨਾਂ ਨੂੰ ਵੀ ਗੁੰਮਰਾਹ ਕੀਤਾ। ਉਹਦੇ ਕਰਕੇ ਅਸੀਂ ਵੀ ਗੁੰਮਰਾਹ ਹੋ ਗਏ, ਤੇ ਨਾ ਇਹਨਾਂ ਨੂੰ ਕੋਈ ਇਨਸਾਫ ਮਿਲਿਆ। ਇਸੇ ਕਰਕੇ ਅੱਜ ਇਹਨੂੰ ਗੁਰਬਚਨ ਆ, ਇਹ ਭੈਣ ਆ, ਇਹਨਾਂ ਨੂੰ ਅੱਜ ਬੁਲਾਇਆ। ਇਹਨਾਂ ਨੇ ਗੱਲਬਾਤ ਕੀਤੀ। ਮੈਂ ਕਿਹਾ ਚਲੋ ਤੁਸੀਂ ਆਪਣਾ ਬਿਆਨ ਪ੍ਰੈਸ 'ਚ ਦਿਓ। ਹਜੇ ਪਿਆ ਨਹੀਂ, ਹੁਣ ਦੇਖਦੇ ਹਾਂ ਅੱਗੋਂ ਕੀ ਨਵੇਂ ਤਰੀਕੇ ਨਾਲ ਕੀ ਕਰਦੇ ਆ। ਹੁਣ ਬਾਬਾ ਜੀ ਤੁਸੀਂ ਕਿਵੇਂ ਦੇਖਦੇ ਹੋ, ਤੁਹਾਡੇ ਕੋਲ ਪਹੁੰਚੇ ਨੇ ਇਨਸਾਫ ਲਈ? ਜਦੋਂ ਇੱਕ ਕਹਿੰਦੇ ਇਨਸਾਫ ਦੀ ਚਾਹੀਦਾ ਹੁੰਦਾ, ਕਾਨੂੰਨ ਤੌਰ ਤੇ ਚੱਲੋ, ਪੁਲਿਸ ਕੋਲ ਜਾਓ, ਕੋਰਟ ਦੇ ਵਿੱਚ ਜਾਓ, ਫਿਰ ਤੁਹਾਨੂੰ ਇਨਸਾਫ ਮਿਲ ਜਾਏਗਾ। ਕਹਿੰਦੇ ਪੁਲਿਸ ਕੋਲ ਵੀ ਚੱਲ ਗਏ, ਉੱਤੋਂ ਸਾਨੂੰ ਲੀਗਲ ਨੋਟਿਸ ਆ ਗਏ ਕੋਰਟ ਵੱਲੋਂ ਵੀ ਤੁਸੀਂ ਇੱਦਾਂ ਤੰਗ ਪਰੇਸ਼ਾਨ ਕਰ ਰਹੇ ਹੋ।
ਫਿਰ ਇਹ ਤੁਸੀਂ ਇਹਨਾਂ ਨੂੰ ਪੈਸੇ ਦਵਾ ਰਹੇ ਹੋ, ਤੁਸੀਂ ਇਹਨਾਂ ਦੇ ਨਾਲ ਚੱਲ ਰਹੇ ਹੋ, ਇਹ ਕਾਰਨ ਕੀ ਮੰਨਦੇ ਹੋ? ਫਿਰ ਇਨਸਾਫ ਕਿਉਂ ਨਹੀਂ ਮਿਲਦਾ ਇਹਨਾਂ ਨੂੰ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤਾਂ ਅੱਗੇ ਵੀ 6-7 ਏਜੰਟਾਂ ਦੇ ਕੋਲ ਪੈਸੇ ਫਸੇ ਸੀ, 7-8 ਜਣਿਆਂ ਦੇ, ਉਹ ਵੀ ਅਸੀਂ ਵਾਰੀ ਦਵਾਏ ਨੇ ਪੈਸੇ ਸਾਰਿਆਂ ਕੋਲ। ਸਾਡੇ ਕੋਲ ਜਿਹੜਾ ਵੀ ਚੱਲ ਕੇ ਆਏਗਾ ਅਸੀਂ ਤਾਂ ਮਦਦ ਕਰਨੀ ਹੈ। ਅਸੀਂ ਤਾਂ ਖੜੇ, ਹੁਣ ਵੀ ਨਾਲ ਖੜੇ ਇਹਨਾਂ ਦੇ, ਤੇ ਜਿੰਨਾ ਚਿਰ ਪੈਸੇ ਇਹਨਾਂ ਨੂੰ ਮਿਲਣਗੇ ਨੇ ਅਸੀਂ ਇਹਨਾਂ ਦੇ ਨਾਲ ਪੈਸੇ ਦਵਾ ਕੇ ਹਟਾਂਗੇ ਪਿੱਛੇ। ਕਾਰਨ ਕੀ ਮੰਨਦੇ ਹੋ ਕਿਉਂ ਅਜਿਹਾ ਏਜੰਟ ਕਰ ਰਹੇ ਨੇ? ਕਿਉਂਕਿ ਇੱਕ ਕੇਸ ਨਹੀਂ, 2 ਕੇਸ ਨਹੀਂ, ਬਹੁਤੇ ਕੇਸ ਨੇ ਅਜਿਹੇ ਆਉਂਦੇ ਨੇ ਕਿ ਪੰਜਾਬ ਦੇ ਮੁੰਡੇ ਜਾਂਦੇ ਨੇ ਕਿ ਬਾਹਰ ਜਾਵਾਂਗੇ, ਕੋਈ ਘਰ ਦਾ ਸਵਾਰ ਲਾਂਗੇ, ਕੋਈ 4 ਰੁਪਏ ਆ ਜਾਣਗੇ, ਪਰ ਜਿਹੜੇ 4 ਰੁਪਏ ਇੱਥੇ ਲੱਗਦੇ ਉਹ ਵੀ ਨਹੀਂ ਮਿਲਦੇ ਇਹਨਾਂ ਨੂੰ, ਨਾ ਕੋਈ ਬਾਹਰ ਜਾਣ ਦਿੰਦੇ। ਪਤਾ ਕੀ ਸਾਡੇ ਰੁਜ਼ਗਾਰ ਹੈ ਨਹੀਂ, ਰੁਜ਼ਗਾਰ ਤੋਂ ਦੁਖੀ ਹੋ ਕੇ ਬਾਹਰ ਨੂੰ ਭੱਜ ਰਹੇ ਨੇ, ਠੱਗੀ ਦਾ ਸ਼ਿਕਾਰ ਹੋ ਰਹੇ ਨੇ। ਜਿਹੜਾ ਜੇ ਇੱਥੇ ਕੰਮ ਹੋਵੇ ਤੇ ਇੱਥੇ ਬੰਦਾ ਤਾਂ ਕੰਮ ਖੋਲ੍ਹੇ ਨੇ, ਇਸ ਕਰਕੇ ਠੱਗੀ ਦਾ ਸ਼ਿਕਾਰ ਜਿਹੜੇ ਜ਼ਿਆਦਾ ਹੋ ਰਹੇ ਨੇ। ਤੁਸੀਂ ਉਸ ਦਿਨ ਗਏ ਸੀਗੇ, ਅੱਜ 3 ਦਿਨ ਹੋ ਗਏ, ਸਮਾਂ ਲੰਘ ਗਿਆ, ਤਾਂ ਕੋਈ ਗੱਲਬਾਤ ਕਹੀ ਹੋਵੇ? SHO ਸਾਹਿਬ ਵੀ ਆਏ ਸੀਗੇ, ਉੱਥੇ ਬੈਠ ਕੇ ਤੁਹਾਡੇ ਨਾਲ ਹੀ ਗੱਲਬਾਤ ਹੋਈ ਸੀ ਕਿ ਮੁੰਡੇ ਨੂੰ ਪੈਸੇ ਦਵਾ ਦੇਣੇ ਆ, ਕਿ ਹੋਈ ਸੀ ਗੱਲਬਾਤ ਕਿ ਸਵੇਰੇ ਦੇ ਦਾਂਗੇ, ਕੱਲ੍ਹ ਨੂੰ ਦੇ ਦਾਂਗੇ, ਜਾਂ ਕੋਈ ਸਮਾਂ ਨਿਕਟ ਹੋ ਗਿਆ ਵੀ ਇਸ ਦਿਨ ਨੂੰ ਦੇ ਦਾਂਗੇ? ਹਜੇ ਤਾਂ ਟਾਲ ਮਟੋਲੇ ਲਾ ਰਹੇ ਨੇ, ਟਾਲ ਮਟੋਲਿਆਂ ਨਾਲ ਵੈਸੇ ਚੱਲਣਾ ਨਹੀਂ ਹੈਗਾ ਕੰਮ, ਪੈਸੇ ਤਾਂ ਇਹਨਾਂ ਨੂੰ ਦੇਣੇ ਹੀ ਪੈਣੇ ਨੇ, ਤੇ ਅਸੀਂ ਵੀ ਇਹਨਾਂ ਦੀ ਘੋਖ ਕਰ ਰਹੇ ਹਾਂ। ਜਿੱਥੇ ਸਾਨੂੰ ਪਤਾ ਲੱਗ ਗਿਆ ਫਿਰ ਇਹਨਾਂ ਨੂੰ ਕੈਪਚਰ ਕਰਾਂਗੇ ਅਸੀਂ, ਕਿਉਂਕਿ ਪਹਿਲਾਂ ਤਾਂ ਅਸੀਂ ਪ੍ਰਸ਼ਾਸਨ ਤੇ ਛੱਡਿਆ, ਜੇ ਪ੍ਰਸ਼ਾਸਨ ਨਹੀਂ ਕਰਦਾ ਫਿਰ ਅਸੀਂ ਆਪਣੀ ਕਾਰਵਾਈ ਕਰਾਂਗੇ ਉਹਦੇ। ਮਤਲਬ ਆਪਣੀ ਕਾਰਵਾਈ ਕੀਤੀ ਜਾਏਗੀ। ਬਈ ਤੁਸੀਂ ਕਹਿ ਰਹੇ ਸੀਗੇ ਮੈਂ ਜਾਂਦਾ ਸੀਗਾ ਉੱਥੇ ਪਿਆਰ ਨਾਲ ਗੱਲਬਾਤ ਕਰਦੇ, ਜਿਹੜੇ ਉੱਥੇ ਬਈ ਨੇ ਕੰਮ ਕਰ ਰਹੇ ਨੇ, ਉਹ ਕਹਿੰਦੇ ਨੇ ਕਿ ਮੈਂ ਆਪ ਗਰੀਬ ਪਰਿਵਾਰ ਤੋਂ ਆ, ਮੈਂ ਅਜਿਹਾ ਕਰਕੇ ਕੀ ਲੈਣਾ, ਵੀ ਮੈਂ ਤੁਹਾਡੇ ਪੈਸੇ ਥੋੜੀ ਦੇਣੇ ਆ, ਕਹਿੰਦੇ ਮਾਲਕ ਨੇ ਦੇਣੇ ਆ ਪੈਸੇ। ਤਾਂ ਬਈ ਉਹਨਾਂ ਜਿਹੜਾ ਬਾਉਂਸਰ ਸੀਗਾ ਹਰਮਨ, ਬਈ ਪਹਿਲੀ ਗੱਲ ਉਹਦੇ ਕੋਲ ਕੋਈ ਅਥਾਰਟੀ ਨਹੀਂ ਹੈਗੀ ਕਿਸੇ ਵੀ ਕਲਾਇੰਟ ਦੇ ਪੈਸੇ ਉਹ ਕਰਨ ਦੀ। ਬਈ ਜਦੋਂ ਓਨਰ ਨੇ ਆਪ ਸਾਹਮਣੇ ਆ ਰਿਹਾ ਵੀ ਉਹ ਕਿਸ ਬਾਤ ਦੀ ਉਹ ਲੈ ਰਿਹਾ ਵੀ ਹਾਂ ਵੀ ਮੈਂ ਇਹਨਾਂ ਦੇ ਪੈਸੇ ਕੱਲ ਨੂੰ ਦਵਾ ਦੂੰਗਾ। ਅੱਛਾ, ਉਹ ਗਰੰਟੀਆਂ ਲੈ ਰਿਹਾ ਸੀ ਕਿ ਮੈਂ ਪੈਸੇ ਦਵਾ? ਹਾਂਜੀ, ਉਹ ਗਰੰਟੀਆਂ ਲੈ ਰਿਹਾ ਸੀ ਹਰਮਨ ਵੀ ਮੈਂ ਇਹਨਾਂ ਦੇ ਅੱਜ ਕੱਲ੍ਹ 'ਚ ਚੈੱਕ ਜਾਂ ਕੁਛ ਵੀ ਇਸ਼ੂ ਕਰਵਾ ਦੂੰ, ਵੀ ਇਹਨਾਂ ਦੇ ਖਾਤੇ 'ਚ ਕੱਲ੍ਹ ਨੂੰ ਪੈਸੇ ਪਵਾ ਦੂੰਗਾ। ਸਾਨੂੰ ਅੱਜ ਮਹੀਨਾ ਹੋ ਗਿਆ ਜੀ, ਸਾਡੇ ਖਾਤੇ 'ਚ ਕੋਈ ਪੰਜੀ ਨਹੀਂ ਪਾਈ। ਬਸ ਇੱਕ ਵਾਰ ਬਾਬਾ ਜੀ ਨੇ 50,000 ਰੁਪਇਆ ਉਹ ਵੀ ਥਾਣੇ 'ਚ ਜਾ ਕੇ ਉਹ ਵੀ ਗੱਲਬਾਤ ਕਰਾ ਕੇ ਉਹ ਫਿਰ ਵੀ ਕਢਵਾਏ ਸੀਗੇ। ਉਸ ਤੋਂ ਬਾਅਦ ਜੋ ਉਹਨਾਂ ਨੇ ਟਾਈਮ ਲਿਆ, ਉਸ ਤੋਂ ਬਾਅਦ ਟਾਈਮ ਤੋਂ ਬਾਅਦ ਮੁੱਕਰ ਹੀ ਰਹੇ ਨੇ। ਨਾ ਤਾਂ ਆਪਣਾ ਸੈਂਟਰ ਜੇ ਅਸੀਂ ਦੁਬਾਰਾ ਜਾਂਦੇ ਕਦੇ ਤਾਂ ਸੈਂਟਰ ਬੰਦ ਕਰਕੇ ਵੱਜ ਜਾਂਦੇ ਨੇ। ਪਹਿਲੀ ਗੱਲ ਜੀ ਉਹਨਾਂ ਦਾ ਪਹਿਲਾਂ ਆਪਣਾ ਸੈਂਟਰ ਨਾਮ ਸੀਗਾ ਰੈੱਡ ਡਿਵੀਜ਼ਨ ਦੇ ਨਾਂ 'ਤੇ ਜੀ, ਹੁਣ ਉਹਨਾਂ ਨੇ ਨਾਮ ਚੇਂਜ ਕਰਕੇ RB ਕੰਸਲਟੇਸ਼ਨ ਦੇ ਨਾਂ 'ਤੇ। ਇਸ ਟਾਈਮ 'ਤੇ ਆਪਣਾ ਉਹਨਾਂ ਨੇ ਬੋਰਡ ਹੀ ਪੱਟ ਰੱਖਿਆ ਜੀ, ਉਹਨਾਂ ਦਾ ਇਸ ਟਾਈਮ ਕੋਈ ਬੋਰਡ ਨਹੀਂ, ਕੋਈ ਲਾਇਸੈਂਸ ਕੁਛ ਵੀ ਨਹੀਂ ਹੈਗਾ ਜੀ। ਲਾਇਸੈਂਸ ਵੀ ਉਹਨਾਂ ਦਾ ਜੀ ਆਪਣਾ ਹੋਰ ਹੈ ਜੀ। ਫਿਰ ਇਹ ਚੱਲ ਕਿਵੇਂ ਰਿਹਾ? ਪੁਲਿਸ ਕੋਈ ਕਾਰਵਾਈ ਕਿਉਂ ਨਹੀਂ ਕਰਦੀ? ਇਹਨਾਂ ਦੀ ਸਾਰਾ ਪ੍ਰਸ਼ਾਸਨ ਉੱਤੋਂ ਪੈਸਾ ਪੂਸਾ ਖਵਾ ਰੱਖਿਆ ਜੀ, ਸਭ ਪੈਸਾ ਪੂਸਾ ਦਿੱਤਾ, ਸਭ ਸੈਟਿੰਗ ਹੋ ਰਹੀ ਇਹਨਾਂ ਦੀ ਏਜੰਟਾਂ ਦੀ। ਹੁਣ ਤੁਸੀਂ ਆ ਲਾ ਲਓ ਜੀ, ਮੇਰਾ 4,80,000 ਸੀਗਾ ਜੀ, ਕਿਸੇ ਇੱਕ ਮੇਰੇ ਭਰਾ ਦਾ ਸੀ ਉਹਨਾਂ ਦਾ 4,80,000 ਸੀਗਾ। ਆਪਣੇ ਇੱਕ ਜਿਰਕਪੁਰ ਤੋਂ ਨੇ ਉਹਨਾਂ ਦੇ ਜਵਾਕ ਦਾ ਉਹ ਲਵਾਇਆ ਸੀਗਾ, ਵੀਜ਼ਾ ਲਵਾਇਆ ਸੀਗਾ, ਉਹਨਾਂ 8.5 ਲੱਖ ਸੀਗਾ ਜੀ। ਹੁਣ ਤੁਸੀਂ ਆ ਲਾ ਲਓ ਇੰਨਾ ਸਾਰਾ ਪੈਸਾ ਜੀ, ਸਾਰਾ ਇਹਨਾਂ ਦਾ ਸਾਰਾ ਹੀ ਉਹ ਕੀਤਾ ਹੋਇਆ ਜੀ। ਕੋਈ ਇਹਨਾਂ ਨੇ ਫਾਈਲ ਨਹੀਂ ਲਾਈ, ਕੋਈ ਕੁਛ ਨਹੀਂ ਕੀਤਾ, ਸਾਰਾ 2 ਨੰਬਰ ਦਾ ਕੰਮ ਕੀਤਾ ਹੋਈ ਇਹਨਾਂ ਨੇ, ਸਭ ਇਹਨਾਂ ਦਾ ਆਪਦੇ ਹੱਥ 'ਚ ਇੰਨਾ ਪੈਸਾ ਜੀ। ਤੁਸੀਂ ਇਹ ਵੀ ਕਹਿ ਰਹੇ ਸੀਗੇ ਕਿ ਉੱਥੇ ਸੁਣ ਰਹੇ ਸੀ ਕਿ ਤੁਹਾਡੀ ਭੈਣ ਦਾ ਵਿਆਹ ਸੀਗਾ, ਤੁਸੀਂ ਮਿੰਨਤਾਂ ਕਰ ਰਹੇ ਸੀ ਕਿ ਇੱਥੇ ਆ ਕੇ ਮੇਰੇ ਪੈਸੇ ਦੇ ਦਿਓ, ਉਦੋਂ ਵੀ ਨਹੀਂ ਸੁਣਵਾਈ ਕੀਤੀ? ਨਾ ਜੀ, ਉਦੋਂ ਵੀ ਕੁਛ ਨਹੀਂ ਸੁਣਵਾਈ ਕੀਤੀ। ਮਾਈ ਮੈਂ ਭੈਣ ਦਾ ਵਿਆਹ ਕਰਨਾ ਹੈਗਾ, ਵੀ ਮੈਨੂੰ ਥੋੜ੍ਹੇ ਬਹੁਤੇ ਪੈਸੇ ਦੀ ਲੋੜ ਹੈ, ਵੀ ਮੈਨੂੰ ਥੋੜ੍ਹੇ ਬਹੁਤੇ ਇੱਕ ਵਾਰ ਪੈਸੇ ਕਰ ਦਿਓ, ਵੀ ਜੋ ਵੀ ਆਪਣਾ ਜੀ ਰਿਫੰਡ ਆਊਗਾ ਮੇਰੇ ਕਾਲਜ ਵੱਲੋਂ ਉਹ ਤੁਸੀਂ ਰੱਖ ਲਿਓ, ਬਾਕੀ ਕੱਟ ਕਟਾ ਕੇ ਮੈਨੂੰ ਦੇ ਦਿਓ। ਇਹਨਾਂ ਨੇ ਮੇਰੀ ਉਹ ਵੀ ਕੋਈ ਸੁਣਵਾਈ ਨਹੀਂ ਕੀਤੀ, ਕੋਈ ਕੁਛ ਨਹੀਂ, ਬਸ ਮੈਨੂੰ ਐ ਕਹਿੰਦੇ ਤੁਹਾਨੂੰ 2 ਦਿਨਾਂ ਦੇ ਵਿੱਚ ਤੁਹਾਨੂੰ ਪੈਸੇ ਪਵਾ ਦਾਂਗੇ। ਉਸ ਤੋਂ ਬਾਅਦ ਜਦੋਂ ਅਗਲੇ ਦਿਨ ਹੀ ਮੈਂ ਆਪਣਾ ਘਰੇ ਆਇਆ ਜੀ, ਉਸ ਤੋਂ ਬਾਅਦ ਅਗਲੇ ਦਿਨ ਹੀ ਮੇਰੇ ਲਓ ਇਹਨਾਂ ਦਾ ਲੀਗਲ ਨੋਟਿਸ ਆ ਗਿਆ ਸੀਗਾ ਜੀ ਆਪਣੇ ਹਾਈ ਕੋਰਟ 'ਚੋਂ ਜੀ। ਅਗਲੀ ਕਾਰਵਾਈ ਕੀ ਹੈ? ਜੇ ਹੁਣ 3 ਦਿਨ ਲੰਘ ਗਏ, ਉਹਨਾਂ ਨੇ 1 ਦਿਨ ਦਾ ਹੀ ਸਮਾਂ ਮੰਗਿਆ ਸੀਗਾ, 3 ਦਿਨ ਬੀਤ ਚੁੱਕੇ ਨੇ, 25 ਤਰੀਕ ਹੋ ਚੁੱਕੀ ਹੈ, ਤਾਂ ਫਿਰ ਤੁਸੀਂ ਕੋਰਟ ਜਾਓਗੇ ਜਾਂ ਫਿਰ ਉਸ ਤੋਂ ਵੀ ਉੱਤੇ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਤੋਂ? ਹੁਣ ਜੀ ਪਹਿਲਾਂ ਤਾਂ ਜੀ ਅੱਜ ਹੀ SSP ਕੋਲ ਜਾਵਾਂਗੇ, ਉਹਨਾਂ ਕੋਲ ਜਾ ਕੇ ਦਰਖਾਸਤ ਦੇਵਾਂਗੇ, ਉਹਨਾਂ ਨੂੰ ਜਾ ਕੇ ਸਾਰੀ ਆਪਣੇ ਦੱਸਾਂਗੇ ਵੀ ਇੱਦਾਂ ਸਾਡੇ ਨਾਲ ਫਰੋਡ ਹੋਇਆਗਾ। ਜੇ ਉਹਨਾਂ ਤੋਂ ਵੀ ਨਹੀਂ ਕੁਝ ਬਣਿਆ ਜਾਂ ਇੱਧਰ SSP ਤੋਂ, ਫਿਰ ਅਸੀਂ ਉੱਤੇ ਤੱਕ ਜਾਵਾਂਗੇ ਜੀ। ਬਹੁਤ ਸ਼ੁਕਰੀਆ। ਤਾਂ ਇਹ ਨੌਜਵਾਨ ਇਹਨਾਂ ਦੇ ਨਾਲ ਫਰਾਡ ਹੋਇਆ, ਇਹਨਾਂ ਦਾ ਤਕਰੀਬਨ 4,80,000 ਦੇ ਨੇੜੇ ਤੇੜੇ ਜਿਹੜੇ ਪੈਸੇ ਨੇ ਏਜੰਟ ਖਾ ਚੁੱਕੇ ਨੇ। ਹੋਰ ਵੀ ਕਈ ਅਜਿਹੇ ਨੌਜਵਾਨ ਨੇ, ਤਾਂ ਇੱਕ ਗੁੜੀਆ ਉਹਨਾਂ ਦੀ ਸੈਲਰੀ ਜਿਹੜੀ ਰੋਕੀ ਹੋਈ ਆ, ਤਾਂ ਇਹ ਮੋਹਾਲੀ ਦੇ ਵਿੱਚ ਹੈ, ਠੱਗ ਏਜੰਟ ਬੈਠਾ ਹੋਇਆ, ਪਰ ਪੁਲਿਸ ਪ੍ਰਸ਼ਾਸਨ ਕਹਿੰਦੇ ਜਿਹੜੀ ਕਾਰਵਾਈ ਨਹੀਂ ਕਰ ਰਿਹਾ, ਕੋਈ ਨਕੇਲ ਨਹੀਂ ਕੱਸੀ ਜਾ ਰਹੀ। ਪਹਿਲਾਂ ਵੀ ਬਹੁਤ ਸਾਰੀਆਂ FIR ਦਰਜ ਹੋਈਆਂ ਜਾਂਦੀਆਂ, ਪਰ ਇਹ ਕਹਿ ਦੇ ਰਹੇ ਕਿ ਉੱਪਰੋਂ ਪੈਸਾ ਚੜ੍ਹ ਰਿਹਾ। ਹੁਣ ਪੈਸੇ ਚੜ੍ਹਾਉਣ ਵਾਲੇ ਕੌਣ ਨੇ, ਕਿਵੇਂ ਦੇ ਰਹੇ ਨੇ, ਕਿ ਕਿੱਡੇ ਕੁ ਵੱਡੇ ਮਗਰਮੱਛ ਨੇ, ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਹੁੰਦੀ ਹੈ ਜਾਂ ਨਹੀਂ। ਅਸੀਂ ਇਸ ਬਾਬਤ ਉਸ ਇਮੀਗ੍ਰੇਸ਼ਨ ਦਫ਼ਤਰ ਦੇ ਵਿੱਚ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂ ਨਹੀਂ ਇਹਨਾਂ ਦੇ ਪੈਸੇ ਦਿੱਤੇ ਜਾ ਰਹੇ, ਕਿੰਨੇ ਕਿ ਜਿਹੜੇ ਇਲਜ਼ਾਮ ਨੇ ਸੱਚ ਨੇ ਜਾਂ ਝੂਠ ਨੇ। ਪਰ ਦੂਜੇ ਪਾਸੇ ਪੁਲਿਸ ਦਾ ਕੀ ਕਹਿਣਾ ਹੈ, ਪੁਲਿਸ ਨਾਲ ਵੀ ਗੱਲਬਾਤ ਕਰਾਂਗੇ। ਇਹ ਜਗਸੀਰ ਜੀ ਮੁੰਡਾ ਜਿਹੜਾ ਗੁਰੂ ਭਜਨ ਆ ਪਹਿਲਾਂ ਵੀ ਆਇਆ ਸੀ, ਇੱਕ ਇਹਦੇ ਨਾਲ ਮੁੰਡਾ ਤਰੁਣ ਸੀ। ਇਹ ਪਹਿਲਾਂ 2 ਜਣੇ ਆਏ ਸੀਗੇ ਮਿਲੇ, ਫਿਰ ਉਹਨੇ ਤਰੁਣ ਨੇ ਐਪਲੀਕੇਸ਼ਨ ਦੇ ਦਿੱਤੀ
ਸੀ ਨੇ ਸਾਡੇ ਬੌਸ ਨੂੰ ਐਸਐਸਪੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ। ਉਹਨਾਂ ਨੇ ਅੱਗੇ ਜੀਓ ਸਾਹਿਬਾਨ ਤੋਂ ਉਹਦੀ ਤਫਤੀਸ਼ ਕਰਵਾ ਕੇ ਪਰਚੇ ਦੀ ਸਿਫਾਰਿਸ਼ ਕਰਤੀ। ਪਰਚਾ ਹੋ ਗਿਆ ਦਰਜ। ਹੁਣ ਇਹ ਆਇਆ ਸੀਗਾ, ਚਲੋ ਮੇਰੇ ਨੌਨ ਬੰਦੇ ਵੀ, ਮੈਂ ਇਹਨੂੰ ਵੀ ਕਿਹਾ ਵੀ ਤੂੰ ਪਰਚਾ ਦਰਜ ਕਰਵਾ ਲਾ। ਉਹ ਫਿਰ ਕਹਿੰਦਾ, ਫਿਰ ਵਿੱਚ ਬਹਿ ਕੇ ਮੇਰੇ ਖਿਆਲ ਨਾਲ ਜਿਹੜੇ ਨਾਲ ਬੰਦੇ ਆਏ ਉਹਨਾਂ ਨੇ ਪਹਿਲਾਂ ਇਹਨੂੰ ਮੇਰੇ ਖਿਆਲ 40,000 ਦਵਾਤਾ, ਫਿਰ 50,000 ਰੁਪਏ ਦਾ, ਤਾਂ ਆਈ ਥਿੰਕ 90,000 ਰੁਪਏ ਨੇ ਵਾਪਸ ਲਿਆ। ਪਰ ਹੁਣ ਅਸੀਂ ਤਾਂ ਵਿੱਚ ਪੈ ਕੇ ਪੈਸੇ ਨਹੀਂ ਨਾ ਦਵਾ ਸਕਦੇ। ਮੈਂ ਤਾਂ ਇਹਨੂੰ ਕਿਹਾ ਬੰਦੇ ਚਲੋ ਵਿੱਚ ਪੈ ਕੇ ਦਵਾਈ ਜਾਂਦੇ ਆ। ਉਹ ਇਹ ਜਿਹੜੇ ਹੁਣ ਆ ਏਜੰਟ ਆ ਇਹ ਨਾ ਬਹੁਤ ਪਰੇਸ਼ਾਨ ਕਰਦੇ ਪਬਲਿਕ ਨੂੰ। ਪੈਸੇ ਜਦੋਂ ਤਾਂ ਲੈਣੇ ਹੁੰਦੇ ਇਹਨਾਂ ਨੇ ਉਦੋਂ ਤਾਂ ਕਹਿੰਦੇ, ਕਈ ਮੈਨੂੰ ਦੱਸਦੇ ਆ ਵੀ ਜਦੋਂ ਇਹਨਾਂ ਨੇ ਪੈਸੇ ਲੈਣੇ ਹੁੰਦੇ ਆ ਉਦੋਂ ਤਾਂ ਕੋਲਡ ਡਰਿੰਕ, ਚਾਹ, ਪਾਣੀ ਪੂਰੀ ਆਓ ਭਗਤ ਕਰਦੇ ਆ। ਉਸ ਤੋਂ ਬਾਅਦ ਜਦੋਂ ਕਿਸੇ ਦੇ ਪਬਲਿਕ ਦੇ ਪੈਸੇ ਫਸ ਜਾਂਦੇ ਆ ਫਿਰ ਉਹਨਾਂ ਨੂੰ ਮਿਸਬਿਹੇਵ ਵੀ ਕਰਦੇ ਆ। ਦੇਖੋ ਇੱਕ ਤਾਂ ਬੰਦੇ ਦੇ ਪੈਸੇ ਫਸੇ ਹੁੰਦੇ ਆ, ਬੰਦਾ ਇੰਨੀ ਦੂਰੋਂ ਆਉਂਦਾ, ਉੱਤੋਂ ਫਿਰ ਇਰੀਟੇਟ ਹੋਏ ਹੁੰਦਾ ਬੰਦਾ ਗੇੜੇ ਮਾਰ ਮਾਰ ਕੇ, ਉਹ ਫਿਰ ਇਹਨਾਂ ਨਾਲ ਬਦਤਮੀਜ਼ੀ ਵੀ ਕਰਦੇ ਆ। ਮੇਰੇ ਕੋਲ ਜਦੋਂ ਇਹ ਆਏ ਸੀ ਮੈਂ ਇਹਨਾਂ ਨੂੰ ਕਿਹਾ ਵੀ ਜਿੱਦਾਂ ਪਰਚਾ ਦਰਜ ਕਰ ਦਿੰਦੇ, ਉਹ ਭੱਜਿਆ ਹੋਇਆ ਸੀਗਾ। ਮੈਨੂੰ ਫਿਰ ਪਰਸੋਂ ਪਤਾ ਲੱਗਿਆ ਜਿਵੇਂ ਉੱਥੇ ਕੋਈ ਗਾਹ ਜਿਹਾ ਪੈ ਰਿਹਾ ਸੀਗਾ ਅਤੇ ਮੈਂ ਗਿਆ। ਉਹ ਤਾਂ ਚਲੋ ਮਿਲਿਆ ਨਹੀਂ ਮੈਨੂੰ, ਜਿਹੜਾ ਉਹਦਾ ਮਾਲਕ ਸੀਗਾ ਉਹ ਮੁੰਡਾ ਸੀ। ਉਹ ਕਹਿੰਦਾ ਮੈਂ 2-2.5 ਮਹੀਨੇ ਤੋਂ ਆਇਆ ਜੀ, ਮੈਂ ਸਫਾਈ ਕਰਨ ਆਇਆ ਸੀ। ਮੈਂ ਕਿਹਾ ਤੂੰ ਆਹ ਬੰਦ ਕਰ ਦੇ, ਅਤੇ ਉਹਨੂੰ ਮਾਲਕ ਨੂੰ ਟਾਈਮ ਦਿੱਤਾ ਸੀ ਆਪਾਂ ਨੇ ਵੀ 11 ਵਜੇ ਆ ਜਾਓ, ਠੀਕ ਹੈ। ਵਰਬਲੀ ਉਹ ਚੱਲਦਾ ਸੀ ਕੰਮ, ਵਰਬਲੀ। ਹੁਣ 1 ਦਿਨ 2 ਦਿਨ ਨਹੀਂ ਆਏ ਅਤੇ ਫਿਰ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਬਾਈ ਜੇ ਹੁਣ ਆ ਨਹੀਂ ਰਿਹਾ ਤੁਸੀਂ ਆਪਣੀ ਰਿਟਨ ਐਪਲੀਕੇਸ਼ਨ ਸਾਡੇ ਐਸਐਸਪੀ ਸਾਹਿਬਾਨ ਨੂੰ ਦਿਓ, ਅਤੇ ਉਹ ਕਿਸੇ ਸੀਨੀਅਰ ਅਫਸਰ ਤੋਂ ਕਰਵਾ ਕੇ ਤਫਤੀਸ਼ ਅਤੇ ਪਰਚੇ ਦੀ ਰਿਕਮੈਂਡੇਸ਼ਨ ਕਰ ਦਾਂਗੇ ਆਪਾਂ। ਪਰਚਾ ਦਰਜ ਕਰਕੇ ਉਹਨੂੰ ਕਾਨੂੰਨ ਅਨੁਸਾਰ ਜੋ ਬਣਦੀ ਕਾਰਵਾਈ ਕਰਕੇ ਉਹਨੂੰ ਹਵਾਲਾ ਦੇ ਦਾਂਗੇ। ਪਰ ਲੋਕਾਂ ਦਾ ਮਨ ਵੀ ਨਹੀਂ ਖੜਦਾ। ਮੈਂ ਦੇਖਿਆ ਜੀ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਪਹਿਲਾਂ ਵੀ FIR ਦਰਜ 2022 ਦੇ ਵਿੱਚ ਹਾਂਜੀ ਬੜੇ ਕੇਸ ਨੇ। ਹਾਂਜੀ ਇਹਨਾਂ ਦੇ ਮੈਂ ਵੀ ਕਢਾਈ ਆ ਕਾਫੀ ਪਹਿਲਾਂ, ਮੇਰੇ ਖਿਆਲ ਮੇਰੇ ਆਉਣ ਤੋਂ ਪਹਿਲਾਂ ਦੀ ਗੱਲ ਆ। ਮੈਂ ਹੁਣ ਇੱਕ ਲੇਟੈਸਟ ਪਰਚਾ ਦੇ ਕੇ ਹਟਿਆ ਜੀ, ਆਈ ਥਿੰਕ 123/23 ਹੈ ਸ਼ਾਇਦ। ਇਹ ਸਰ ਕਿੰਨੇ ਕੁ ਏਜੰਟ ਨੇ ਜਿਹੜੇ ਇਸ ਤਰੀਕੇ ਨਾਲ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਨੇ, ਪੈਸਾ ਲੈ ਲੈਂਦੇ ਨੇ ਤੁਹਾਡੇ ਏਰੀਆ ਦੇ ਵਿੱਚ? ਕਿਉਂਕਿ ਤੁਸੀਂ ਸਖਤ ਰਹਿੰਦੇ ਹੋ ਹਰ ਇੱਕ ਦੇ ਨਾਲ, ਤਾਂ ਕੀ ਲੱਗਦਾ ਕਿ ਵੀ ਇੱਥੇ ਏਰੀਆ ਨੂੰ ਖਰਾਬ ਕਰ ਰਹੇ ਆ ਏਜੰਟ? ਜਿਵੇਂ ਹੁਣ ਆ ਰਹੇ ਨੇ ਵੱਖਰੇ ਕੇਸ ਆ ਰਹੇ ਨੇ, ਪਹਿਲਾਂ ਵੀ ਦੇਖਣ ਨੂੰ ਮਿਲੇ ਸੀ। ਜਗਸੀਰ ਜੀ, ਲੋਕ ਜਿਹੜੀ ਇਹ ਐਡਵਰਟਾਈਜ਼ਮੈਂਟਾਂ ਦਿਖਾਉਂਦੇ ਆ, ਇਹਨਾਂ ਦੇ ਆਪਣਾ ਸਟਾਫ ਹੁੰਦਾ, ਉਹ ਆਪਣੀਆਂ ਹੀ ਐਡਵਰਟਾਈਜ਼ਮੈਂਟਾਂ ਹੁੰਦੀਆਂ, ਆਪਣੇ ਹੀ ਮਤਲਬ ਸਾਰਾ ਕੁਝ ਵਿਆਹ ਮੁਕਲਾਵੇ ਇਹਨਾਂ ਦੇ ਆਪਣੇ ਹੁੰਦੇ ਆ। ਉਹਦੇ ਵਿੱਚ ਲੋਕ ਅੱਜ ਕੱਲ੍ਹ ਦੇਖ ਕੇ ਇੰਪ੍ਰੈਸ ਹੁੰਦੇ ਆ, ਪਰ ਲੋਕਲ ਤੌਰ 'ਤੇ ਆ ਕੇ ਵੈਰੀਫਾਈ ਨਹੀਂ ਕਰਦੇ। ਮੇਰੇ ਇੱਕ ਆਪਣੇ ਨੂਨ ਫਤਿਹਗੜ੍ਹ ਸਾਹਿਬ ਤੋਂ ਆਏ ਸੀਗੇ, ਅਤੇ ਉਹ ਕਿਸੇ ਦਾ ਇੱਕ ਫੇਸ ਥਾਣੇ ਦੇ ਵਿੱਚ ਕੋਈ ਏਜੰਟ ਆਉਂਦਾ ਸੀਗਾ। ਮੈਨੂੰ ਉਹਨਾਂ ਨੇ ਕਿਹਾ ਵੀ ਅਸੀਂ ਇਹ ਮੁੰਡਾ ਕੈਨੇਡਾ ਭੇਜਣਾ, 13.5 ਲੱਖ ਰੁਪਈਆ ਵੀ ਉਹ ਮੰਗਦਾ। ਮੈਂ ਕਿਹਾ ਮੇਰੇ ਏਰੀਏ ਦਾ ਨਹੀਂ, ਵੀ ਜੈਨੂਨ ਵੀ ਆ ਕਈ। ਮੈਂ ਫਿਰ ਆਪਣੇ SHO ਸਾਹਿਬ ਨੂੰ ਫੋਨ ਕੀਤਾ, ਇੱਕ ਫੇਸ ਵਾਲੇ ਨੂੰ, ਵੀ ਸਮਿਤ ਮੋਰ ਜੀ ਸੀ ਉਦੋਂ। ਮੈਂ ਕਿਹਾ ਸਮਿਤ ਜੀ ਇੱਦਾਂ ਹੈ, ਉਹ ਆਪਣਾ ਪਤਾ ਨਹੀਂ ਕਿਹੜਾ ਸੀ, ਰਾਕਸ਼ ਕੋਈ ਇਹੋ ਜਿਹਾ ਸੀਗਾ ਨਾਮ, ਵੀ ਤੁਹਾਡੇ ਥਾਣੇ 'ਚ ਮੈਨੂੰ SCO ਨੰਬਰ ਦਿੱਤੀ, ਮੈਨੂੰ ਪੂਰਾ ਯਾਦ ਨਹੀਂ ਕੀ ਨਾਂ ਸੀ। ਤਾਂ ਮੈਂ ਕਿਹਾ ਜੀ ਆਹ ਬੰਦਾ ਵੀ ਆਪਣੇ ਯਾਰ ਦੋਸਤਾਂ ਨੇ ਮੁੰਡਾ ਬਾਹਰ ਭੇਜਣਾ, ਉਹ ਕਹਿੰਦਾ ਜੇ ਪੈਸੇ ਵਾਪਸ ਕਰਵਾ ਦਿੰਦੇ ਵੀ ਵਾਪਸ ਕਰਵਾਉਣੇ ਆ। ਮੈਂ ਨਹੀਂ ਵਾਪਸ ਨਹੀਂ ਕਰਾਉਣੇ, ਦਿੱਤੇ ਨਹੀਂ ਹੈਗੇ ਅਜੇ। ਉਹ ਮੈਨੂੰ SHO ਸਾਹਿਬ ਨੇ ਕਿਹਾ ਵੀ ਤੁਹਾਡੇ ਆਪਣੇ ਘਰ ਦੇ ਦਿਓ ਨਾ। ਮੈਂ ਉਹਨਾਂ ਨੂੰ ਸ਼ਰੇਆਮ ਕਰਤਾ ਬਈ ਬੰਦਾ ਠੀਕ ਨਹੀਂ ਲੱਗਦਾ, ਦੇਣੇ ਨਹੀਂ। ਬਾਅਦ 'ਚ ਮੈਨੂੰ 2 ਮਹੀਨੇ ਬਾਅਦ ਪਤਾ ਲੱਗਿਆ ਵੀ ਮੇਰੇ ਤੋਂ ਪਰਦੇ 'ਚ ਦੇ ਕੇ ਪੈਸੇ 13.5 ਲੱਖ ਰੁਪਏ। ਪਬਲਿਕ ਨੂੰ ਪਤਾ ਨਹੀਂ ਕਿਹੜੇ ਢੰਗ ਨਾਲ ਇਹ ਇੰਪ੍ਰੈਸ ਕਰਦੇ ਆ, ਪਰ ਧੱਕਾ ਗਰੀਬ ਮਾਰ ਬਹੁਤ ਕਰਦੇ। ਕੀ ਚਾਹੀਦਾ ਕਿ ਲੋਕਾਂ ਨੂੰ ਇਸ ਚੀਜ਼ ਨਾਲ ਅਵੇਅਰ ਹੋਣਾ ਚਾਹੀਦਾ, ਕੋਈ ਐਡ ਦੇਖ ਕੇ ਇਸ ਤਰੀਕੇ ਨਾਲ ਆਉਣਾ, ਪਹਿਲਾਂ ਉਸ ਦੀ ਜਾਂਚ ਕਰਨੀ ਚਾਹੀਦੀ ਹੈ? ਹਾਂ ਜੀ, ਲੋਕ ਦੇਖੋ ਜੀ, ਜਦੋਂ ਆਪਾਂ ਕੋਈ ਚੀਜ਼, ਦੇਖੋ ਪੈਸੇ ਆ, ਦੇਖੋ ਹੱਕ ਦੀ ਕਮਾਈ ਆ ਕਿਸੇ ਦੀ, ਉਹ ਤਾਂ ਹੈ ਨਹੀਂ। ਜੇ ਆਪਾਂ ਕਿਸੇ ਦੀ ਜਦੋਂ ਹੈਲਪ ਕਰਦੇ ਆ, ਕਈ ਵਾਰੀ ਯਾਰ ਦੋਸਤ ਕੋਈ ਹੈਲਪ ਮੰਗ ਲਵੇ, ਆਪਾਂ ਉਹ ਤੋਂ ਤਾਂ ਮੁੱਕਰ ਜਾਂਦੇ ਆ। ਪਰ ਜਦੋਂ ਕੋਈ ਏਜੰਟ ਗੱਲਾਂ 'ਚ ਪਾ ਕੇ ਤੁਹਾਨੂੰ ਝਾਂਸਾ ਦੇ ਕੇ 5, 7, 10 ਲੱਖ, ਦੇਖੋ ਕਿਸੇ ਦੀ ਹੈਸੀਅਤ 5 ਲੱਖ ਦੀ ਵੀ ਨਹੀਂ ਹੁੰਦੀ। ਪਰ ਮੇਰੇ ਕਹਿਣ ਦਾ ਮਤਲਬ ਆ ਵੀ ਜੇ ਕਿਸੇ ਨੂੰ ਦੇਣੇ ਆ, ਇਕੱਲੀਆਂ ਮਸ਼ਹੂਰੀਆਂ ਦੇਖ ਕੇ ਆਪਾਂ ਇੰਪ੍ਰੈਸ ਹੋ ਕੇ ਪੈਸੇ ਨਾ ਫਸਾਓ, ਬਕਾਇਦਾ ਆਓ, ਠੀਕ ਹੈ ਜੀ। ਲੋਕਲ ਪੁਲਿਸ ਮੇਰੇ ਤੋਂ ਹੀ ਪੁੱਛ ਲਓ ਜੀ। ਮੈਂ ਕਹਿੰਦਾ ਵੀ ਮੈਂ ਬੈਠਾ, ਕੱਲ੍ਹ ਨੂੰ ਵੀ ਲੋਕਲ ਪੁਲਿਸ 'ਤੇ ਹੀ ਦਰਖਾਸਤ ਆਉਂਦੀ ਆ, ਮੈਨੂੰ ਆ ਕੇ ਪੁੱਛ ਲਓ ਵੀ ਸਰ ਵੀ ਅਸੀਂ ਫਲਾਣੀ ਜਗ੍ਹਾ ਤੋਂ ਆਏ ਹਾਂ, ਠੀਕ ਹੈ ਜੀ, ਵੀ ਉਹ ਫਲਾਣਾ ਏਜੰਟ ਆ, ਜੈਨੂਅਨ ਆ ਕਿ ਨਹੀਂ। ਮੈਂ ਜ਼ਿੰਦਗੀ 'ਚ ਕਦੇ ਮਿਸਗਾਈਡ ਨਹੀਂ ਕਰਦਾ।
ਉਹਨਾਂ ਦੀ ਇੰਨੀ ਤਾਂ ਸੇਫਟੀ ਹੋ ਜੂਗੀ ਨਾ ਵੀ ਭਾਈ ਉਹਨਾਂ ਨੇ ਕਰੇ ਹੋਏ ਆ ਵੀ ਚੈੱਕ ਕਰਕੇ ਦੱਸੇ। ਪਰ ਪਤਾ ਨਹੀਂ ਲੋਕ ਉਹ ਤੋਂ ਬਾਅਦ ਆਉਨੇ ਆ, ਫਿਰ ਬਾਅਦ 'ਚ ਵੀ ਇਹੀ ਕਹਿੰਦੇ ਆ, ਅਸੀਂ ਕਹਿੰਦੇ ਲਿਆਓ ਦਰਖਾਸਤ ਦਿਓ, ਇਹਨਾਂ 'ਤੇ ਕਾਰਵਾਈ ਕਰੀਏ। ਮੈਂ ਤੁਹਾਨੂੰ ਪਹਿਲਾਂ ਕਹਿ ਕੇ ਨਹੀਂ ਹਟਿਆ ਵੀ ਮਿਸਬਿਹੇਵ ਕਰਦੇ ਆ, ਵੀ ਪਹਿਲਾਂ ਜਦੋਂ ਪੈਸੇ ਲੈਣੇ ਹੁੰਦੇ ਆ ਉਦੋਂ ਤੇਵਰ ਹੋਰ ਹੁੰਦੇ ਆ, ਜਦੋਂ ਪਬਲਿਕ ਬਾਅਦ 'ਚ ਜਦੋਂ ਵਾਪਸ ਕਰਨੇ ਉਦੋਂ ਤੇਵਰ ਹੋਰ ਹੁੰਦੇ ਆ। ਸਰ ਹੁਣ ਅਗਲੇ ਦੀ ਕਾਰਵਾਈ ਕੀ ਹੈ ਕਿ ਜੇ ਦੇਖੋ ਜੀ, ਲੋਕਾਂ ਨੂੰ ਚਾਹੀਦਾ ਪਹਿਲੀ ਗੱਲ ਤਾਂ ਜਿਹੜੇ ਇਹਨਾਂ ਨੂੰ ਕੋਈ ਵੀ ਏਜੰਟ ਆ, ਪਹਿਲਾਂ ਤਾਂ ਤੁਸੀਂ ਇੰਨੀ ਦੂਰੋਂ ਆ ਰਹੇ ਆ, ਕੋਈ ਹਰਿਆਣੇ ਤੱਕ ਤੋਂ ਵੀ ਆ, ਫਾਜ਼ਿਲਕਾ ਬਠਿੰਡਾ ਆ ਕੇ ਪਹਿਲਾਂ ਲੋਕਲ ਜੇ ਕੋਈ ਤੁਹਾਡਾ ਨੋਨ ਬੰਦਾ ਤਾਂ ਉਹ ਤੋਂ ਸਲਾਹ ਲਓ, ਨਹੀਂ ਤਾਂ ਮੈਂ ਕਹਿੰਦਾ ਮੇਰੇ ਕੋਲੇ ਆ ਜਾਣ, ਮੈਨੂੰ ਪੁੱਛ ਲੈਣ ਵੀ ਸਰ ਉਹ ਜੈਨੂਅਨ ਹੈ ਕਿ ਨਹੀਂ, ਫਿਰ ਅਗਲੇ ਆਪਾਂ ਚੈੱਕ ਕਰਾਂਗੇ ਉਹਨਾਂ ਨੂੰ। ਹੁਣ ਪਰਚਾ ਦਿਓਗੇ ਫਿਰ ਉਸ ਏਜੰਟ ਦੇ ਖਿਲਾਫ ਨਹੀਂ ਤੋਂ? ਹਾਂ ਬਿਲਕੁਲ, ਉਹ ਐਪਲੀਕੇਸ਼ਨ ਮੈਂ ਉਹਨੂੰ ਕਿਹਾ ਵੀ ਐਪਲੀਕੇਸ਼ਨ ਦੇ ਐਸਐਸਪੀ ਸਾਹਿਬ ਨੂੰ ਹਾਂ, ਜਿੰਨਾ ਚਿਰ ਰਿਟਰਨ ਨਹੀਂ ਦੇਊਗਾ, ਪਹਿਲਾਂ ਤਾਂ ਵਰਬਲੀ ਚੱਲੀ ਗਿਆ, ਹੁਣ ਉਹ ਰਿਟਰਨ ਐਸਐਸਪੀ ਸਾਹਿਬ ਨੂੰ ਐਪਲੀਕੇਸ਼ਨ ਦੇਵੇ, ਤੇ ਉਹ ਤਾਂ ਪਹਿਲਾਂ ਹੀ ਜਿਹੜਾ ਬਦਨਾਮ ਆ ਉਹ ਇੱਥੇ ਮੁੜਦੇ।